ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਆਪਾਂ ਹੈ ਕੌਣ। ਪਹਿਲੀ ਗੱਲ ਤਾਂ ਇਹ ਹੈਗੀ ਵੀ ਆਪਾਂ ਕੌਣ ਹੈਗੇ ਹਾਂ, ਆਪਾਂ ਦੁਨੀਆ 'ਚ ਆਏ ਹਾਂ, ਕਿਉਂ ਆਏ ਆਪਾਂ ਦੁਨੀਆ 'ਚ, ਕਿਹਨੇ ਭੇਜਿਆ ਆਪਾਂ ਨੂੰ ਦੁਨੀਆ 'ਚ, ਔਰ ਕਾਹਦੇ ਵਾਸਤੇ ਭੇਜਿਆ ਹੈ ਆਪਾਂ ਨੂੰ ਦੁਨੀਆ ਦੇ ਵਿੱਚ। ਔਰ ਇਸ ਦੁਨੀਆ ਦੇ ਵਿੱਚ ਜਿਹੜਾ ਹੈਗਾ ਇੱਥੇ ਜਿਹੜੇ ਹੈਗੇ ਆਪਾਂ ਤੋਂ ਇਲਾਵਾ ਜਿਹੜੇ ਹੈਗੇ ਕਈ ਜਾਨਵਰ ਵੀ ਹੈਗੇ, ਪਰਿੰਦੇ ਵੀ ਹੈਗੇ ਆ, ਮੱਛੀਆਂ ਵੀ ਹੈਗੀਆਂ ਆ। ਇਹ 84 ਲੱਖ ਜੂਨਾਂ ਆ। ਕੁੱਤੇ ਵੀ ਹੈਗੇ, ਬੈਲ ਵੀ ਹੈਗੇ, ਗਾਵਾਂ ਵੀ ਹੈਗੀਆਂ, ਮੱਝਾਂ ਵੀ ਹੈਗੀਆਂ, ਘੋੜੇ ਵੀ ਹੈਗੇ, ਗਧੇ ਵੀ ਹੈਗੇ। ਇਹ ਸਾਰੀਆਂ ਜੂਨਾਂ ਹੈਗੀਆਂ। ਇਹਦੇ ਵਿੱਚ ਸਾਰਿਆਂ ਦੇ ਵਿੱਚ ਜਾਨ ਹੈਗੀ ਔਰ ਸਾਰੇ ਜਿਹੜੇ ਚੱਲ ਫਿਰ ਰਹੇ ਔਰ ਸਾਰਿਆਂ ਨੂੰ ਦਰਦ ਹੁੰਦਾ ਹੈ। ਸਾਰਿਆਂ ਦੇ ਖੂਨ ਹੈਗਾ, ਸਾਰਿਆਂ ਦੇ ਹੱਡੀਆਂ ਹੈਗੀਆਂ, ਸਾਰਿਆਂ ਦੇ ਮਾਸ ਹੈਗਾ, ਸਾਰਾ ਕੁਛ ਹੈਗਾ ਸਾਰਿਆਂ ਦੇ। ਫਿਰ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਆ, ਅਸੀਂ ਮਨੁੱਖ ਦੀ ਜੂਨ ਦੇ ਵਿੱਚ ਹੈਗੇ ਆ, ਉਹ ਵਿਚਾਰੇ ਜਾਨਵਰ ਹੈਗੇ ਆ, ਕੋਈ ਪਰਿੰਦੇ ਹੈਗੇ। ਇਹ ਸਾਰਾ ਕੁਛ ਕੀ ਹੈਗਾ ਔਰ ਅਸੀਂ ਹੈ ਕਿੱਥੇ ਆ, ਇਹ ਕੀ ਚੀਜ਼ ਹੈਗੀ ਆ ਜਿੱਥੇ ਅਸੀਂ ਇਹ ਦੁਨੀਆ ਦੇ ਵਿੱਚ ਹੈਗੇ ਆ। ਅਸੀਂ ਇਹ ਪਹਿਲੀ ਚੀਜ਼ ਜਿਹੜੀ ਹੈਗੀ ਬਈ ਆਪਾਂ ਹੈ ਕੌਣ। ਆਪਾਂ ਜਿਹੜੇ ਹੈਗੇ ਆ, ਆਪਾਂ ਇੱਕ ਆਪਣਾ ਓਰੀਜਨ ਕੀ ਹੈ। ਜੇ ਆਪਾਂ ਨੂੰ ਕੋਈ ਮੈਨੂੰ ਪੁੱਛੇ ਵੀ ਤੂੰ ਹੈ ਕੌਣ, ਮੈਂ ਕਹੂੰਗਾ ਮੈਂ ਹਰਿੰਦਰ ਸਿੰਘ ਹੈਗਾ। ਅਤੇ ਜੇ ਮੈਂ ਜਿਹੜਾ ਹੈਗਾ ਮੈਂ ਰਾਮ ਲਾਲ ਹੁੰਦਾ, ਮੈਂ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਇਮਤਿਆਜ਼ ਅਹਿਮਦ ਹੁੰਦਾ, ਅਤੇ ਮੇਰੇ 'ਚ ਕੋਈ ਫਰਕ ਹੋਣਾ ਸੀਗਾ? ਕੋਈ ਮੇਰੇ 'ਚ ਕੋਈ ਮੈਂ ਕੋਈ ਬਦਲ ਜਾਣਾ ਸੀਗਾ? ਜੇ ਮੈਂ ਕਹਾਂ ਮੈਂ ਬੰਦਾ ਹੈਗਾ ਆ, ਜੇ ਮੈਂ ਔਰਤ ਹੁੰਦਾ ਤਾਂ ਫਿਰ ਕੀ ਫਰਕ ਪੈ ਜਾਣਾ ਸੀ ਮੈਨੂੰ? ਇਹ ਸਾਰਾ ਕੁਛ ਕੀ ਹੈਗਾ ਬਈ ਆਪਾਂ ਹੈ ਕੌਣ। ਅਸੀਂ ਜਿਹੜੇ ਹੈਗੇ, ਸਾਡਾ ਜਿਹੜਾ ਹੈਗਾ ਓਰੀਜਨ ਕੀ ਹੈਗਾ। ਇਹ ਸਰੀਰ ਜਿਹੜਾ ਜਿਸ 'ਤੇ ਅਸੀਂ ਮਾਣ ਕਰਦੇ ਹਾਂ, ਜਿਹਨੂੰ ਅਸੀਂ ਖਿਲਾਏ ਜਾ ਰਹੇ ਹਾਂ, ਪੜਾਈ ਜਾ ਰਹੇ ਹਾਂ ਔਰ ਆਪਣੇ ਆਪ ਨੂੰ ਸਰੀਰ ਸਮਝ ਰਹੇ ਹਾਂ। ਇਹ ਸਰੀਰ ਤਾਂ ਜਿਹੜਾ ਹੈਗਾ ਹੌਲੀ ਹੌਲੀ ਦੇਖੋ ਬੱਚਾ ਹੈਗਾ, ਫਿਰ ਬੱਚਾ ਜਵਾਨ ਹੋ ਜਾਂਦਾ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਵਾਨ ਤੋਂ ਫਿਰ ਬੁੱਢਾ ਹੋਣਾ ਸ਼ੁਰੂ ਹੋ ਜਾਂਦਾ, ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਸਰੀਰ ਖਤਮ ਹੋ ਜਾਂਦਾ ਹੈ। ਸਰੀਰ ਤਾਂ ਹੌਲੀ ਸਰੀਰ ਜਿਹੜਾ ਹੈਗਾ ਕਮਜ਼ੋਰ ਹੋ ਰਿਹਾ ਸਰੀਰ ਆਪਣਾ, ਔਰ ਫਿਰ ਜੇ ਸਰੀਰ ਜਿਹੜਾ ਹੈਗਾ ਇਹ ਖਤਮ ਹੋ ਜਾਂਦਾ, ਫਿਰ ਫਾਇਦਾ ਕੀ, ਮਕਸਦ ਕੀ ਹੈਗਾ ਸਾਡਾ ਦੁਨੀਆ 'ਚ ਆਉਣ ਦਾ? ਵੀ ਅਸੀਂ ਦੁਨੀਆ 'ਚ ਆਏ ਹਾਂ, ਆ ਕੇ ਜਿਹੜਾ ਹੈਗਾ ਘਰ ਗ੍ਰਸਤੀ, ਬੱਚਿਆਂ ਨੂੰ ਬੱਚੇ ਪੈਦਾ ਹੋ ਗਏ, ਉਹਨਾਂ ਨੂੰ ਪੜ੍ਹਾ ਲਿਆ ਅਤੇ ਬੱਚਿਆਂ ਦੇ ਗਾਹਾਂ ਵਿਆਹ ਕਰਤੇ, ਫਿਰ ਬੱਚਿਆਂ ਦੇ ਬੱਚੇ ਹੋ ਗਏ, ਬਸ ਫਿਰ ਸਾਡਾ ਚਲੇ ਗਏ। ਕੋਈ ਬੱਚਾ ਵੀ ਚਲੇ ਜਾਂਦਾ ਹੈ, ਕੋਈ ਬੁੱਢਾ ਵੀ ਚਲੇ ਜਾਂਦਾ ਹੈ, ਕੋਈ ਸਾਰੇ ਜਿਹੜੇ ਹੈਗੇ ਆ ਇਹ ਪਤਾ ਹੀ ਨਹੀਂ ਲੱਗਦਾ ਵੀ ਕੌਣ ਕਿਸ ਟਾਈਮ ਜਿਹੜਾ ਹੈਗਾ ਚਲੇ ਜਾ ਰਿਹਾ। ਅਤੇ ਆਪਾਂ ਹੈ ਕੌਣ? ਪਹਿਲੀ ਚੀਜ਼ ਬਈ ਸਰੀਰ ਤਾਂ ਨਹੀਂ ਹੈਗੇ ਆਪਾਂ, ਸਰੀਰ ਮਾਂ ਦੇ ਪੇਟ 'ਚ ਬਣਿਆ ਹੈ ਸਰੀਰ ਜਿਹੜਾ ਹੈਗਾ। ਔਰ ਆਪਾਂ ਫਿਰ ਹੈ ਕੌਣ? ਆਪਾਂ ਜਿਹੜੇ ਹੈਗੇ ਆਏ ਹੈ ਇੱਕ ਸਪਰਮ ਜਿਹਨੂੰ ਕਹਿੰਦੇ ਆ, ਸ਼ੁਕਰਾਣੂ ਹੈ, ਉਹ ਸ਼ੁਕਰਾਣੂ ਤੋਂ ਆਪਾਂ ਆਏ ਹਾਂ। ਸ਼ੁਕਰਾਣੂ ਆਪਣੀ ਜਿਹੜੀ ਹੈਗੀ ਆ ਉਹ ਉੱਥੋਂ ਯਾਤਰਾ ਸ਼ੁਰੂ ਹੁੰਦੀ ਹੈ। ਔਰ ਸ਼ੁਕਰਾਣੂ ਵੀ ਆਪਣੇ ਵਾਸਤੇ ਸਰੀਰ ਆ। ਸ਼ੁਕਰਾਣੂ ਵੀ ਆਪਾਂ ਨਹੀਂ ਹੈਗੇ, ਉਹ ਵੀ ਬਾਡੀ ਹੈ, ਉਹਦੇ ਵਿੱਚ ਜਿਹੜੀ ਆਤਮਾ ਹੈਗੀ, ਜੋਤ ਹੈਗੀ, ਉਹਦੇ ਵਿੱਚ ਆਪਾਂ ਉਹ ਹੈਗੇ ਹਾਂ। ਔਰ ਆਪਣਾ ਦੇਖੋ ਕਿੰਨਾ ਮਾਣ ਹੈ ਆਪਣੇ ਉੱਤੇ ਵੀ ਮੈਂ ਫਲਾਨਾ ਹੈਗਾ, ਮੈਂ ਟਿਮਕਾ ਹੈਗਾ, ਮੈਂ ਇੰਨਾ ਸੋਹਣਾ ਹੈਗਾ, ਮੈਂ ਇੰਨਾ ਇਸ ਤਰ੍ਹਾਂ ਦਾ ਹੈਗਾ, ਮੈਂ ਇੰਨਾ ਅਮੀਰ ਹੈਗਾ। ਇਹ ਕਾਹਦੇ ਦਾਅਵੇ ਹੈਗੇ ਪਾਏ? ਔਰ ਇੱਥੇ ਜੋ ਵੀ ਆਪਾਂ ਕਰ ਰਹੇ ਹਾਂ, ਸਾਰੀ ਉਮਰ ਜਿਹੜੀ ਚੀਜ਼ ਆਪਾਂ ਨੇ ਕਮਾਈ, ਜੋ ਵੀ ਆਪਾਂ ਨੇ ਖੱਟੀ ਕੀਤੀ, ਸਾਰਾ ਦਾ ਸਾਰਾ ਜਮ੍ਹਾਂ ਕੀਤਾ, ਘਰ ਗ੍ਰਸਤੀ ਬਣਾਈ, ਔਰ ਫਾਈਨਲੀ ਸਾਰਾ ਦਾ ਸਾਰਾ ਬੈਂਕ ਬੈਲੈਂਸ, ਕਾਰਾਂ, ਸਾਰਾ ਕੁਛ ਛੱਡ ਕੇ ਔਰ ਡਿਸਪੋਜ਼ਲ ਫਾਈਨਲੀ ਚਲੇ ਗਏ। ਫਿਰ ਮਕਸਦ ਕੀ ਹੋਇਆ? ਪਰਪਸ ਕੀ ਹੋਇਆ? ਕਿੱਥੇ ਆਏ ਸੀ, ਕਿੱਥੋਂ ਆਏ ਸੀ, ਕਿੱਥੇ ਚਲੇ ਗਏ? ਆਹ ਚੀਜ਼ ਪਤਾ ਲੱਗਿਆ ਅਸੀਂ ਹੈ ਕੌਣ। ਅਸੀਂ ਤਾਂ ਜੋਤ ਹੈਗੇ ਆ। ਉਹ ਜੋਤ ਜਿਹੜੀ ਹੈਗੀ ਆ ਉਹ ਨਾ ਮਰਦੀ ਆ ਨਾ ਜਿਉਂਦੀ ਆ। ਉਹ ਮਾਲਕ ਪਰਮਾਤਮਾ ਹੈਗਾ। ਅਸੀਂ ਉਹ ਮਾਲਕ ਪਰਮਾਤਮਾ ਦਾ ਅੰਸ਼ ਹੈਗੇ ਆ। ਪਰਮਾਤਮਾ ਜੋਤ ਹੈਗੀ ਔਰ ਸਾਰਾ ਸੰਸਾਰ ਜਿਹੜਾ ਹੈਗਾ ਉਹ ਪਰਮਾਤਮਾ ਦੇ ਵਿੱਚ ਹੈਗਾ। ਔਰ ਇਹ ਜਿਹੜਾ ਮੈਟਰ ਹੈਗਾ, ਜੋ ਪਦਾਰਥ ਜੇ ਦਿਸ ਰਿਹਾ ਹੈ, 5 ਤੱਤ ਹਵਾ, ਪਾਣੀ, ਅੱਗ, ਧਰਤੀ, ਆਕਾਸ਼,
ਇਹ ਪੰਜਾਂ ਤੱਤਾਂ ਦੀ ਮਾਲਕ ਨੇ ਸਾਰੀ ਦੀ ਸਾਰੀ ਰਚਨਾ ਵਿੱਚ। ਸਾਰਿਆਂ ਦੇ ਸਰੀਰ ਇਸੇ ਦੇ ਨਾਲ ਬਣੇ। ਇਹ ਹਵਾ, ਪਾਣੀ ਔਰ ਧਰਤੀ, ਆਕਾਸ਼, ਇਸ ਦੇ ਨਾਲ ਜਿਹੜੇ ਪਹਾੜ ਵੀ ਬਣੇ, ਮਿੱਟੀ ਵੀ ਬਣੀ, ਰੇਤਾ ਵੀ ਬਣਿਆ, ਪਾਣੀ ਤਾਂ ਪਾਣੀ ਹੈ ਹੀ, ਸਾਰੀ ਚੀਜ਼ ਇਸ ਦੀ ਬਣੀ ਹੋਈ ਆ। ਔਰ ਇਹ ਹੈਗੀ ਪਰਮਾਤਮਾ ਦੀ ਸ਼ਕਤੀ, ਉਹਦੇ ਵਿੱਚ ਹੀ ਹੈਗੀ ਪਰਮਾਤਮਾ ਦੇ। ਪਰਮਾਤਮਾ ਕੋਈ ਬੰਦਾ ਨਹੀਂ ਆ, ਤੀਵੀਂ ਨਹੀਂ ਆ, ਉਹ ਤਾਂ ਪਰਮਾਤਮਾ ਜਿਹੜਾ ਹੈਗਾ ਉਹਦਾ ਤਾਂ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਉਹ ਕਿੰਨਾ ਕੁ ਵੱਡਾ ਹੈਗਾ। ਔਰ ਇਹ ਜਿਹੜੀ ਧਰਤੀ ਪਤਾਲ ਹੈ, ਇਹ ਸਾਇੰਸ, ਜਿਹਨੇ ਥੋੜਾ ਸਾਇੰਸ ਪੜ੍ਹੀ ਹੋਏ ਉਹਨੂੰ ਪਤਾ ਹੋਊਗਾ ਵੀ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ, ਇਹ ਮੈਟਰ ਜਿਹੜਾ ਹੈਗਾ, ਪਦਾਰਥ ਜਿਹੜਾ ਹੈਗਾ, ਇਹਦੇ ਬਣੇ ਹੋਏ ਆ ਸਾਰੇ ਦੇ ਸਾਰੇ। ਇਹ ਜਿਹੜਾ ਹੈਗਾ ਪ੍ਰੋਟੋਨ ਪੋਜ਼ਿਟਿਵ ਚਾਰਜ ਪਾਰਟੀਕਲ ਆ, ਇਲੈਕਟ੍ਰੋਨ ਨੈਗੇਟਿਵ ਚਾਰਜ ਆ, ਔਰ ਨਿਊਟਰੋਨ ਉਹ ਨਿਊਟਰਲ ਹੈ, ਮਾਸ ਹੈਗਾ ਉਹਨਾਂ 'ਚ, ਅਤੇ ਉਹ ਨਿਊਕਲੀਅਸ ਦੇ ਵਿੱਚ ਸੈਂਟਰ ਦੇ ਵਿੱਚ ਹੁੰਦੇ ਆ। ਇਲੈਕਟ੍ਰੋਨ ਜਿਹੜੇ ਆ 2n² ਦੇ ਫਾਰਮੂਲੇ ਦੇ ਨਾਲ ਪਹਿਲੇ ਆਰਬਿਟ 'ਚ 2 ਹੈਗੇ, ਦੂਜੇ 'ਚ 8 ਹੈਗੇ, ਇਸ ਤਰ੍ਹਾਂ 18 ਉਹ ਘੁੰਮਦੇ ਆ। ਉਹਦੇ ਵਿੱਚ ਜਿਹੜੇ ਹੈਗੇ ਉਹਨਾਂ ਦਾ ਮੂਵਮੈਂਟ ਹੁੰਦਾ ਹੈ। ਇਹ ਸਾਰਾ ਦਾ ਸਾਰਾ ਮੈਟਰ ਜਿਹੜਾ ਜੋ ਦਿਸ ਰਿਹਾ ਹੈਗਾ, ਇਹ ਸ਼ਕਤੀ ਹੈਗੀ ਸਿਰਫ ਉਸ ਮਾਲਕ ਪਰਮਾਤਮਾ ਦੀ। ਆਪਾਂ ਇੱਕ ਰੇਤਾ ਦਾ ਕਣ ਜਿਹੜਾ ਹੈਗਾ ਉਹਨੂੰ ਵੀ ਆਪਾਂ ਨਸ਼ਟ ਨਹੀਂ ਕਰ ਸਕਦੇ। ਉਹਨੂੰ ਤੁਸੀਂ ਘਸਾ ਦਿਓ, ਦਬਾ ਦਿਓ, ਜੋ ਮਰਜ਼ੀ ਕਰ ਦਿਓ, ਮਿੱਟੀ ਬਣ ਕੇ ਉੱਡ ਜਾਏਗਾ ਔਰ ਜਿਹੜਾ ਹੈਗਾ ਐਟਮਸ ਦੇ ਵਿੱਚ ਕਨਵਰਟ ਹੋ ਜਾਏਗਾ। ਉਹ ਸ਼ਕਤੀ ਹੈ ਮਾਲਕ ਪਰਮਾਤਮਾ ਦੀ। ਔਰ ਸ਼ਕਤੀ ਦੇਖੋ ਕੈਸਾ ਮਾਲਕ ਨੇ ਬਣਾਇਆ। ਆਪਾਂ ਜਿਹੜੇ ਹੈਗੇ ਧੜੰਮ ਦੇ ਨਹੀਂ ਡਿੱਗਦੇ ਆ ਉੱਪਰੋਂ, ਜਿਹੜੀ ਹੈਗੀ ਕੋਈ ਵੀ ਚੀਜ਼ ਹੈ ਇੱਕਦਮ ਧਰਤੀ ਵੱਲ ਨੂੰ ਡਿੱਗਦੀ ਆ। ਇਹ ਕੋਈ ਜਿਹੜਾ ਹੈਗਾ ਭਾਰ ਥੋੜੀ ਨਾ ਹੈਗਾ ਆਪਣਾ, ਇਹ ਤਾਂ ਸਿਰਫ ਧਰਤੀ ਜਿਹੜੀ ਖਿੱਚ ਰਹੀ ਆ ਆਪਾਂ ਨੂੰ। ਧਰਤੀ ਦਾ ਆਕਰਸ਼ਣ ਸ਼ਕਤੀ ਹੈ ਧਰਤੀ ਦੀ। ਤਾਂ ਜਿਹੜੇ ਦੇਖੋ ਚੰਦ ਦੇ ਉੱਤੇ ਚਲੇ ਜਾਂ ਹੋਰ ਧਰਤੀ ਤੋਂ ਦੂਰ ਚਲੇ ਜਾਓ ਉੱਥੇ ਉਹ ਜ਼ੀਰੋ ਗ੍ਰੈਵਿਟੀ ਹੋ ਜਾਂਦੀ ਹੈ। ਉੱਥੇ ਬੰਦਾ ਜਿਹੜਾ ਹੈਗਾ ਤੁਰ ਹੀ ਨਹੀਂ ਸਕਦਾ, ਤੈਰਨ ਲੱਗ ਜਾਏਗਾ। ਇਸ ਕਰਕੇ ਇਹ ਮੈਟਰ ਜਿਹੜਾ ਆਪਾਂ ਕਹਿੰਦੇ ਵੀ ਇਹ ਕੋਈ ਚੀਜ਼ ਹੈਗੀ ਆ, ਇਹ ਕੋਈ ਚੀਜ਼ ਨਹੀਂ ਹੈਗੀ। ਇਹ ਸਿਰਫ ਜਿਹੜੀ ਹੈ ਮਾਲਕ ਪਰਮਾਤਮਾ ਦੀ ਸ਼ਕਤੀ ਹੈ। ਇਹਨੂੰ ਕਹਿੰਦੇ ਆ ਮਾਇਆ। ਔਰ ਇੱਕ ਸ਼ਿਵ ਹੈਗਾ, ਉਹ ਜੋਤ ਹੈਗੀ ਆਪਣੇ ਅੰਦਰ, ਉਸ ਮਾਲਕ ਪਰਮਾਤਮਾ ਦੀ ਜੋਤ। ਸ਼ਿਵ ਔਰ ਸ਼ਕਤੀ ਦਾ ਖੇਡ ਹੈਗੀ। ਆਪਣੇ ਅੰਦਰ ਆਤਮਾ ਹੈਗੀ ਔਰ ਉਹ ਪੂਰਾ ਸਰੀਰ ਹੈਗਾ। ਆਤਮਾ ਔਰ ਇਸ ਦੇ ਅੱਗੇ ਆਤਮਾ ਨੂੰ ਮਾਲਕ ਨੇ ਕੀ, ਆਤਮਾ ਦੇ ਉੱਤੇ ਜਿਹੜੀ ਹੈਗੀ ਆ ਮਾਲਕ ਨੇ ਐਸੀ ਇਸ ਸਰੀਰ ਔਰ ਆਤਮਾ ਦਾ ਮਿਲਨ ਕਰਕੇ ਆਹ ਬਾਡੀ ਦੇਤੀ ਆਪਾਂ ਨੂੰ। ਇਨਸਾਨ ਤੁਰਦਾ ਫਿਰਦਾ ਨਜ਼ਰ ਆ ਰਿਹਾ। ਇਹਦੇ ਕੋਲ ਜਿਹੜੇ ਹੈਗੇ ਸੁਰਤ ਹੈਗੀ, ਮਤ ਹੈਗੀ, ਇਹਦੇ ਕੋਲ ਮਨ ਹੈਗਾ, ਇਹਦੇ ਕੋਲ ਬੁੱਧੀ ਹੈਗੀ, ਆਹ ਚੀਜ਼ਾਂ ਇਹਦੇ ਕੋਲ ਹੈਗੀਆਂ ਇਨਸਾਨ ਦੇ ਕੋਲ। ਔਰ ਇਹ ਜਿਹੜੀ ਹੈਗੀ ਆਤਮਾ ਦੇ ਉੱਤੇ ਮਨ ਹੈਗਾ। ਮਨ ਕੋਈ ਚੀਜ਼ ਨਹੀਂ ਹੈ। ਮਨ ਜਿਹੜੀ ਹੈ ਸਿਰਫ ਮੈਲ ਹੈ, ਸੰਸਕਾਰ ਹੈਗੇ ਆਪਣੇ ਸੰਸਕਾਰ ਬਣ ਗਏ ਆ। ਬਾਰ-ਬਾਰ ਜੋ ਆਪਾਂ ਕੰਮ ਕਰਾਂਗੇ ਉਹੀ ਆਪਣੇ ਸੰਸਕਾਰ ਬਣ ਜਾਂਦੇ, ਉਹੀ ਆਪਣੀ ਜਿਹੜੀ ਹੈਗੀ ਆ ਸੋਚ ਬਣ ਜਾਏਗੀ ਬਈ, ਉਹ ਆਟੋਮੈਟਿਕਲੀ ਆਪਾਂ ਨੂੰ ਉਸ ਪਾਸੇ ਲੈ ਕੇ ਜਾਏਗੀ। ਦੇਖ ਲਓ ਜਿਹੇ ਜਿਹਾ ਰੂਟੀਨ ਹੈ, ਜਿਹੇ ਜਿਹਾ ਸਵੇਰੇ ਉੱਠਦੇ ਸਾਰ ਬਈ ਕਿਸੇ ਨੂੰ ਚਾਹ ਪੀਣ ਦੀ ਆਦਤ ਹੁੰਦੀ ਹੈ, ਕਿਸੇ ਨੂੰ ਜਿਹੜਾ ਹੈਗਾ ਨਿੰਬੂ ਪੀਣ ਦੀ ਆਦਤ ਹੁੰਦੀ, ਕਿਸੇ ਨੇ ਕੁਛ ਕਰਨ ਦੀ, ਕਿਸੇ ਨੂੰ ਸੈਰ ਕਰਨ ਦੀ, ਕਿਸੇ ਨੂੰ ਦਾਤਣ ਕਰਨ ਦੀ, ਕਿਸੇ ਨੂੰ ਬਰਸ਼ ਕਰਨ ਦੀ। ਕੋਈ ਸਾਰੇ ਜਿਹੜੇ ਹੈਗੇ ਆ ਆਪਣੀ ਉਸੇ ਰੂਟੀਨ ਚੱਲਦੇ ਵੀ ਆਹ ਨਾਸ਼ਤਾ ਹੋ ਗਿਆ ਜੀ, ਹੁਣ ਜਿਹੜਾ ਹੈਗਾ ਪ੍ਰਸ਼ਾਦਾ, ਹੁਣ ਜੀ ਫਲਾਨਾ, ਹੁਣ ਜੀ ਸ਼ਾਮ ਦਾ, ਫਿਰ ਰਾਤ ਦਾ। ਔਰ ਉਸੇ ਸਾਈਕਲ ਦੇ ਨਾਲ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ ਦਿਨਚਰਿਆ, ਉਹ ਸੰਸਕਾਰ ਬਣ ਗਏ ਆਪਣੇ, ਔਰ ਉਸੇ ਤਰ੍ਹਾਂ ਆਪਾਂ ਘੁੰਮੀ ਜਾ ਰਹੇ। ਜਿਹੜੀ ਚੀਜ਼ 'ਚ ਆਪਾਂ ਗਤੀ, ਔਰ ਮਾਲਕ ਪਰਮਾਤਮਾ ਨੇ ਆਪਾਂ ਨੂੰ ਆਪਣੇ ਵਿੱਚੋਂ, ਆਪਾਂ ਮਾਲਕ ਦਾ ਅੰਸ਼ ਹੈਗੇ ਆ, ਆਤਮਾ ਹੈਗੇ ਆ ਆਪਾਂ। ਮਾਲਕ ਨੇ ਆਪਾਂ ਨੂੰ ਦੁਨੀਆ 'ਚ ਭੇਜਿਆ ਹੈ ਔਰ ਉਹ ਕਹਿੰਦਾ ਹੈ ਵੀ ਤੈਨੂੰ ਜਿਹੜਾ ਹੈਗਾ ਮੈਂ ਇੱਕ ਮਾਇਆ ਪਦਾਰਥ ਸੰਸਾਰ ਆਕਾਰ ਜਿਹੜਾ ਹੈਗਾ ਇਹ ਮੈਂ ਛਲ ਦੇ ਨਾਲ, ਧੋਖੇ ਦੇ ਨਾਲ ਇਹ ਮਾਇਆ ਜਿਹੜੀ ਹੈਗੀ ਤੇਰੇ ਚਾਰੋਂ ਪਾਸੇ ਖਿਲਾਰ ਦਿੱਤੀ ਹੈ। ਔਰ ਮੈਂ ਅਸਲੀ ਆਪਣਾ ਓਰੀਜਨ ਹੈਗਾ, ਆਪਾਂ ਨੇ ਮਿਲਣਾ ਹੈਗਾ ਉਸ ਮਾਲਕ ਪਰਮਾਤਮਾ ਨੂੰ, ਉਹਨੂੰ ਮਿਲਣਾ ਹੈ। ਇਸ ਵਾਸਤੇ ਆਪਾਂ ਆਏ। ਮਾਲਕ ਕਹਿੰਦਾ ਤੂੰ ਆਪਣੇ ਆਪ ਨੂੰ ਬੁੱਝ ਲਾ। ਪਰਮਾਤਮਾ ਕੀ ਹੈ? ਆਪਣੀ ਆਤਮਾ, ਆਪਾਂ ਹੀ ਪਰਮਾਤਮਾ ਹੈਗੇ ਆ। ਆਪਾਂ ਆਪਣੇ ਆਪ ਨੂੰ ਹੀ ਦੇਖਣਾ ਹੈ। ਆਪਣੇ ਵਾਸਤੇ ਹੀ ਆਪਾਂ ਜਿਹੜੇ ਹੈਗੇ ਆਪਣੇ ਆਪ ਨੂੰ ਹੀ ਪੁਕਾਰ ਰਹੇ ਹਾਂ। ਆਪਾਂ ਆਪਣੇ ਆਪ ਨੂੰ ਹੀ ਲੱਭ ਰਹੇ ਹਾਂ। ਆਪਾਂ ਉਹਨੂੰ ਹੀ ਲੱਭਣਾ ਹੈ। ਬਸ ਇੰਨੀ ਕੀ ਗੇਮ ਹੈ। ਆਤਮਾ ਤੱਕ ਪਹੁੰਚ ਜਾਈਏ ਔਰ ਗੇਮ ਆਪਣੀ ਜਿਹੜੀ ਹੈਗੀ ਖਤਮ ਹੋ ਜਾਂਦੀ ਹੈ। ਇੰਨਾ ਕਿ ਜਿਹੜਾ ਹੈਗਾ ਇਹ ਖੇਡ ਹੈਗੀ ਆ। ਇਹਦੇ ਵਿੱਚ ਜਿਹੜੀ ਹੈਗੀਆਂ ਹੁਣ 84 ਲੱਖ ਜੂਨਾਂ ਹੈਗੀਆਂ। ਔਰ ਮਾਲਕ ਕਹਿੰਦਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਜੋ ਕੁਛ ਵੀ ਆਪਾਂ ਕਰਦੇ ਹਾਂ ਉਹ ਜਿਹੜਾ ਹੈਗਾ ਆਪਾਂ ਨੂੰ ਉਹਦੀ ਆਊਟਪੁੱਟ ਮਿਲ ਜਾਂਦੀ ਹੈ।
ਆਪਾਂ ਕਹਿੰਦੇ ਆ ਵੀ ਮੈਂ ਜਿਹੜਾ ਹੈਗਾ ਵੀ ਕਾਮ ਦੇ ਵਿੱਚ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਕਿਸੇ ਬੱਚਿਆਂ ਦੇ ਵਿੱਚ ਕਿਸੇ ਦੀ ਰੁਚੀ ਹੁੰਦੀ ਆ, ਕਿਸੇ ਦੀ ਜਿਹੜੀ ਹੈਗੀ ਆ ਪ੍ਰਾਪਰਟੀ ਦੇ ਵਿੱਚ ਰੁਚੀ ਹੁੰਦੀ, ਕਿਸੇ ਦੀ ਘਰਾਂ ਦੇ ਵਿੱਚ ਰੁਚੀ ਹੁੰਦੀ ਹੈ, ਉਹੇ ਜੇ ਮਾਲਕ ਫਿਰ ਜੂਨਾਂ ਦੇ ਵਿੱਚ ਭੇਜ ਦਿੰਦਾ ਆਪਾਂ ਨੂੰ। ਆਪਣੀ ਇੱਛਾਵਾਂ ਜਿਹੜੀਆਂ ਹੈਗੀਆਂ ਉਹ ਆਪਾਂ ਨੂੰ ਅੱਗੇ ਦੀ ਗਤੀ ਕਰਦੀਆਂ, ਔਰ ਆਪਾਂ ਇੱਛਾਧਾਰੀ ਹੈਗੇ ਹਾਂ, ਔਰ ਆਪਾਂ ਮਾਲਕ ਦਾ ਅੰਸ਼ ਹੈਗੇ, ਮਾਲਕ ਦੇ ਪੁੱਤ ਹੈਗੇ ਸਾਰੇ ਦੇ ਸਾਰੇ। ਬਸ ਇੰਨੀ ਕੀ ਗੇਮ ਆ। ਉਹ ਮਾਲਕ ਆਪਣੇ ਅੰਦਰ ਆਤਮਾ ਹੈਗੀ ਜਿਹੜੀ ਬੋਲਦੀ ਆ, ਉਹ ਸੱਚ ਹੈਗੀ ਸਰੀਰ ਦੇ ਵਿੱਚ, ਬਾਕੀ ਸਾਰਾ ਸਰੀਰ ਕੱਚ ਹੈਗਾ, ਝੂਠ ਹੈਗਾ। ਉਸ ਆਤਮਾ ਨੂੰ ਲੱਭਣਾ ਹੈਗਾ। ਉਹ ਆਤਮਾ ਮਿਲੂਗੀ ਜਦ ਆਪਾਂ ਜਿਹੜੇ ਹੈਗੇ ਬਾਹਰ ਦੇ ਮਾਇਕ ਪਦਾਰਥ ਸਰੀਰ ਇਸ ਚੋਂ ਜਿਹੜਾ ਹੈਗਾ ਉੱਪਰ ਉੱਠਾਂਗੇ। ਇਹਦੇ ਵੱਲ ਨੂੰ ਖਿੱਚ ਆਪਣੀ ਬੰਦ ਹੋਏਗੀ। ਮਾਲਕ ਨੇ ਆਪਾਂ ਨੂੰ ਸ਼ਕਤੀ ਦਿੱਤੀ ਹੋਈ ਆ, ਉਹ ਸ਼ਕਤੀ ਜਿਹੜੀ ਹੈਗੀ ਪ੍ਰਾਣ ਸ਼ਕਤੀ, ਉਹ ਜ਼ਿਆਦਾ ਆਪਾਂ ਇਹ ਬਾਹਰ ਆਕਾਰ ਦੇ ਵਿੱਚ ਪਦਾਰਥਾਂ ਦੇ ਵਿੱਚ ਨਹੀਂ ਜਾਇਆ ਕਰਾਂਗੇ ਤਾਂ ਜਿਵੇਂ ਜਿਹੜਾ ਹੈਗਾ ਕੋਈ ਘਰ ਹੈਗਾ ਉੱਪਰ ਜਿਹੜਾ ਹੈਗਾ ਆਪਾਂ ਨੇ ਉੱਪਰ ਪਾਣੀ ਪਹੁੰਚਾਉਣਾ ਹੈ ਉੱਪਰਲੀ ਮੰਜ਼ਿਲ 'ਚ, ਅਤੇ ਥੱਲੇ ਦੀਆਂ ਟੂਟੀਆਂ ਜਿਹੜੀਆਂ ਖੁੱਲ੍ਹੀਆਂ ਹੈ ਪਾਣੀ ਉੱਪਰ ਨਹੀਂ ਜਾਏਗਾ। ਟੂਟੀਆਂ ਬੰਦ ਕਰੋ, ਪਾਣੀ ਉੱਪਰ ਚਲਾ ਜਾਏਗਾ। ਉਸੇ ਤਰੀਕੇ ਨਾਲ ਆਪਾਂ ਆਪਣੀਆਂ ਟੂਟੀਆਂ ਸਾਰੀਆਂ ਖੁੱਲ੍ਹੀਆਂ ਹੈ, ਬਾਹਰ ਜਿਹੜੀਆਂ ਆਪਾਂ ਸਾਰੇ ਦੁਨੀਆ ਦੇ ਭੋਗੀ ਜਾ ਰਹੇ, ਅਤੇ ਜਦ ਤੱਕ ਜਿਹੜਾ ਹੈਗਾ ਉੱਧਰੋਂ ਸੰਕੋਚ ਨਹੀਂ ਕਰਾਂਗੇ ਤਦ ਤੱਕ ਜਿਹੜੀ ਹੈਗੀ ਕੰਡੀਸ਼ਨ ਨਹੀਂ ਬਣੇਗੀ ਉੱਪਰ ਦੀ। ਇਹ ਜਿਹੜਾ ਹੈਗਾ ਯਾਤਰਾ ਹੈਗੀ ਆਪਣੀ, ਇਹਦੇ ਵਾਸਤੇ ਮਹਾਰਾਜ ਕਹਿੰਦੇ ਆ, ਬਾਣੀ ਕਹਿੰਦੇ ਬ੍ਰਹਮ ਗਿਆਨੀਆਂ ਨੇ ਜਿਹੜਾ ਹੈਗਾ ਇਹ ਗੇਮ ਜਿੱਤ ਲਈ ਬ੍ਰਹਮ ਗਿਆਨੀਆਂ ਨੇ। ਔਰ ਨਹੀਂ ਜਿੱਤਾਂਗੇ ਤਾਂ ਆਪਾਂ 84 ਲੱਖ ਜੂਨਾਂ ਹੈਗੀਆਂ, ਟਿੰਡਾਂ ਖੂਹ ਦੀਆਂ ਹੈ, ਉਸੇ ਤਰ੍ਹਾਂ ਘੁੰਮੀ ਜਾ ਰਹੇ ਵਾਰ-ਵਾਰ। ਮਨੁੱਖੀ ਜੂਨ ਉੱਪਰਲੀ ਸਿਖਰਲੀ ਜੂਨ 'ਤੇ ਸਿਖਰਲੀ ਟਿੰਡ 'ਤੇ ਆ ਗਏ ਆ, ਨਿਕਲ ਸਕਦੇ ਆ, ਨਹੀਂ ਤਾਂ ਫਿਰ ਵਾਪਸ ਘੁੰਮ ਲਓ। ਬਸ ਇਸੇ ਤਰੀਕੇ ਦਾ ਗੇਮ ਚੱਲ ਰਹੀ ਹੈ ਭਾਈ। ਵਾਰੀ ਆਉਂਦੀ ਹੈ, ਵਾਰੀ ਖਸਮ ਕਢਾਏ, ਮਾਲਕ ਨੇ ਵਾਰੀ ਦੇਣੀ ਹੈ ਭਾਈ। ਪਰ ਆਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਾਰੀ ਆ ਵਾਰੀ ਆਪਣੀ ਆਈ ਹੋਈ ਹੈ। ਬਸ ਮਨੁੱਖੀ ਜੂਨ ਹੈਗੀ, ਔਰ ਹਰੇਕ ਦੇ ਅੰਦਰ ਉਹ ਅੰਮ੍ਰਿਤ ਪਿਆ ਹੋਇਆ। ਨਵਨੀਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ, ਜਿਸ ਅੰਮ੍ਰਿਤ ਨੂੰ ਆਪਾਂ ਨੇ ਪਾਉਣਾ ਹੈ। ਔਰ ਇਸ ਅੰਮ੍ਰਿਤ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੇ ਦੱਬ ਕੇ ਰੱਖਿਆ ਹੋਇਆ। ਇਹਨਾਂ ਤੋਂ ਆਪਾਂ ਨੇ ਅੰਮ੍ਰਿਤ ਛੁਡਾਉਣਾ ਹੈਗਾ ਭਾਈ। ਆਹ ਯਾਤਰਾ ਹੈਗੀ। ਔਰ ਇਹਦੇ ਵਾਸਤੇ ਮਹਾਰਾਜ ਕਹਿੰਦੇ ਆ, ਬ੍ਰਹਮ ਗਿਆਨੀ ਕਹਿੰਦੇ ਆ ਬਈ ਤੂੰ ਜਿਹੜਾ ਹੈਗਾ ਆਪਣੇ ਵਿਚਾਰਾਂ ਦੇ ਉੱਤੇ ਦੇਖ, ਆਪਣੇ ਮਨ ਨੂੰ ਦੇਖ। ਆਪਣੇ ਮਨ ਦੇ ਕੋਲ ਕੀ ਹੈਗਾ? ਮਨ ਦੇ ਕੋਲ ਗਿਆਨ ਇੰਦਰੀਆਂ ਹੈਗੀਆਂ, ਕਰਮ ਇੰਦਰੀਆਂ ਹੈਗੀਆਂ, ਔਰ ਸੁਰਤ ਹੈਗੀ ਆ। ਸੁਰਤ ਦੇ ਦੁਆਰਾ ਮਨ ਚੱਲਦਾ ਹੈ ਬਾਹਰ ਪਦਾਰਥਾਂ ਦੇ ਵਿੱਚ, ਆਕਾਸ਼ ਸਾਰੀ ਰਚਨਾ ਨੂੰ ਸਵਾਦਾਂ ਨੂੰ ਭੋਗਦਾ ਹੈ। ਉਹਦੇ ਕੋਲੋਂ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਉਸ ਸੁਰਤ ਨੂੰ ਜਿਹੜਾ ਹੈਗਾ ਅੰਦਰ ਆਪਣੇ ਮਨ ਦੇ ਵਿੱਚ ਵਿੰਨਣਾ ਹੈ। ਮਨ ਨੂੰ ਜਿਹੜਾ ਹੈਗਾ ਦੌੜਨੋਂ ਰੋਕਣਾ ਹੈਗਾ। ਉਹ ਆਪਣੇ ਵਿਚਾਰਾਂ ਦੇ ਵਿੱਚ ਘੁੰਮਦਾ ਹੈ। ਵਿਚਾਰ ਬੰਦ ਕਰਨੇ ਆਪਾਂ ਨੇ। ਮਨ ਨੂੰ ਦੇਖਣਾ ਹੈ ਮਨ ਕਿੱਧਰ ਜਾ ਰਿਹਾ। ਇਹ ਕਾਮ ਦਾ ਵਿਚਾਰ ਲੈ ਰਿਹਾ, ਕਿਉਂ ਜਿਹੜਾ ਹੈਗਾ ਉਹਨੂੰ ਪੁੱਛੋ ਵੀ ਇਹ ਖਾਣ ਦਾ ਵਿਚਾਰ ਲੈ ਰਿਹਾ, ਕਾਹਦੇ ਵਾਸਤੇ ਤੈਨੂੰ ਜਿਹੜਾ ਹੈਗਾ ਇਹ ਚੀਜ਼ ਇਹ ਡਿਮਾਂਡ ਕਿਉਂ ਹੈ? ਤੂੰ ਹੁਣ ਤਾਂ ਜਿਹੜਾ ਤੇਰਾ ਢਿੱਡ ਭਰਿਆ ਪਿਆ ਪੂਰਾ, ਹੁਣ ਤੂੰ ਕਹਿ ਰਿਹਾ ਹੈ ਹੁਣ ਫਿਰ ਤੈਨੂੰ ਸਿਰਫ ਸਵਾਦ ਦੇ ਕਾਰਨ। ਕਿਉਂ ਸਵਾਦ? ਉਹ ਮਾਲਕ ਕਹਿੰਦਾ ਕਿ ਮੈਂ ਜਿੰਨੇ ਵੀ ਪਦਾਰਥ ਪਾਇਆ ਇਹਦੇ ਵਿੱਚ ਮੈਂ ਤੈਨੂੰ ਸਵਾਦ ਪਾਇਆ ਹੋਇਆ, ਔਰ ਇਹਦੇ ਵਿੱਚ ਮੈਂ ਰੱਜ ਨਹੀਂ ਪਾਇਆ ਹੋਇਆ। ਰੱਜ ਨਹੀਂ ਸਕਦਾ ਤੂੰ। ਸਾਰੇ ਜਦ ਤੱਕ ਆਪਾਂ ਦੇਖ ਲਓ ਸਾਰੀ ਜ਼ਿੰਦਗੀ ਹੋ ਗਈ ਆਪਾਂ ਦੁਨੀਆ ਦੇ ਪਦਾਰਥ ਸਵਾਦ ਲੈਂਦੇ ਹੋਏ, ਅੱਜ ਤੱਕ ਰੱਜੇ ਤਾਂ ਹੈ ਨਹੀਂ ਗੇ, ਔਰ ਨਾ ਹੀ ਢਿੱਡ ਭਰਦਾ ਹੈ ਆਪਣਾ। ਬਸ ਵਾਪਸ ਫਿਰ ਜਿਹੜਾ ਹੈਗਾ ਉਸੇ ਤਰੀਕੇ ਨਾਲ ਫਲੈਟ ਹੋ ਜਾਣੇ। ਫਿਰ ਮਾਲਕ ਕਹਿੰਦਾ ਇਹਦੇ ਵਿੱਚ ਰੱਜ ਨਹੀਂ ਪਾਇਆ ਪਿਆਰੇ, ਰੱਜ ਚਾਹੀਦਾ ਹੈ ਤੇ ਆਤਮਾ ਦੇ ਕੋਲ ਜਾਣਾ ਪਊਗਾ। ਔਰ ਆਤਮਾ ਦੇ ਕੋਲ ਜਿਹੜੇ ਹੈਗੇ ਆਪਾਂ ਹਰ ਰੋਜ਼ ਆਪਾਂ ਜਾਂਦੇ ਹਾਂ ਆਤਮਾ ਦੇ ਕੋਲ। ਆਪਾਂ ਜਾਂਦੇ ਹਾਂ ਸੌਂ ਕੇ। ਜਦ ਆਪਾਂ ਸੋ ਜਾਂਦੇ ਹਾਂ ਅਤੇ ਆਪਾਂ ਆਤਮਾ ਦੇ ਕੋਲ ਜਾਂਦੇ ਹਾਂ। ਧਿਆਨ ਦੇਣਾ ਸਾਧ ਸੰਗਤ ਜੀ, ਜਦ ਆਪਾਂ ਸੌਂਦੇ ਹਾਂ ਅਤੇ ਆਪਾਂ ਆਤਮਾ ਦੇ ਕੋਲ ਚਲੇ ਜਾਂਦੇ ਹਾਂ। ਆਪਾਂ ਨੂੰ ਪਤਾ ਹੀ ਨਹੀਂ ਹੁੰਦਾ, ਦੇਖ ਲਓ ਵੀ ਆਪਾਂ ਕਿੱਥੇ ਗਏ। ਔਰ ਕੋਈ ਸੁਪਨਾ ਦੇਖ ਰਹੇ ਹਾਂ, ਜੋ ਕੁਛ ਵੀ ਆਪਾਂ ਸੌਂ ਕੇ ਸੁਪਨੇ ਦੇ ਵਿੱਚ ਜਿਸ ਤਰ੍ਹਾਂ ਉਹ ਯਾਦ ਰਹਿੰਦਾ ਆਪਾਂ ਨੂੰ। ਉੱਠਦੇ ਹਾਂ ਅਤੇ ਆਪਾਂ ਨੂੰ ਪਤਾ ਹੁੰਦਾ ਅੱਜ ਮੈਂ ਆਹ ਸੁਪਨਾ ਦੇਖਿਆ। ਅਤੇ ਸੁਪਨਾ ਦੇਖਣ ਵਾਲਾ ਕੌਣ ਆ? ਉਹੀ ਆਤਮਾ ਹੈਗੀ ਆ। ਬਸ ਉਸੇ ਨੂੰ ਮਿਲਣਾ ਹੈ, ਜਾਗਦੇ ਹੋਏ ਮਿਲਣਾ। ਉਹ ਜਾਗਦੀ ਹੋਈ ਆ ਔਰ ਆਪਣੀ ਸੁਰਤ ਸੋ ਜਾਂਦੀ ਆ। ਆਪਣੀ ਸੁਰਤ ਸੋ ਜਾਂਦੀ ਹੈ। ਬਸ ਉਹ ਜਾਗਦੇ ਹੋਏ ਜਿਹੜਾ ਹੈਗਾ ਉਸ ਆਤਮਾ ਤੱਕ ਪਹੁੰਚਣਾ। ਇਹੀ ਗੇਮ ਆ। ਸੌਂ ਕੇ ਰੋਜ਼ ਜਾਂਦੇ ਹਾਂ ਆਪਾਂ, ਸਵੇਰੇ ਉੱਠਦੇ ਹਾਂ, ਸਵੇਰੇ ਉੱਠ ਕੇ ਤਰੋ ਤਾਜ਼ਾ ਹੁੰਦੇ ਹਾਂ। ਆਤਮਾ ਦੇ ਕੋਲ ਜਾਣ ਦੇ ਨਾਲ ਕਿੰਨੇ ਆਪਾਂ ਤਰੋ ਤਾਜ਼ਾ ਹੋ ਜਾਂਦੇ। ਔਰ ਜੇ ਆਪਾਂ ਜਾਗਦੇ ਹੋਏ ਜਾਈਏ ਤਾਂ ਗੇਮ ਹੀ ਖਤਮ ਹੋ ਜਾਏਗੀ। ਔਰ ਫਿਰ ਉੱਥੇ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਦੇ ਸਾਰੇ ਬੰਦ ਹੋ ਜਾਣਗੇ।
ਔਰ ਜਾਗਦੇ ਹੋਏ ਜਾਣਾ ਹੈ, ਤੇ ਵਿਚਾਰ ਜਿਹੜੇ ਆ ਬੰਦ ਕਰਨੇ ਪੈਣੇ ਆ। ਮਾਲਕ ਕਹਿੰਦਾ ਵਿਚਾਰ ਬੰਦ ਕਰ ਲਾ, ਬਸ ਆਹੀ ਆ ਪਰਮਾਤਮਾ ਨੂੰ ਚੇਤੇ ਕਰਨਾ। ਮਾਲਕ ਕਹਿੰਦਾ ਉਹਦਾ ਤਾਂ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਉਹਨੂੰ ਕਿਵੇਂ ਚੇਤੇ ਕਰ ਸਕਦੇ ਹਾਂ ਆਪਾਂ? ਆਤਮਾ ਕਿਹੜੀ ਦਿਖ ਰਹੀ ਆ, ਆਪਾਂ ਆਤਮਾ ਨੂੰ ਕਿਵੇਂ ਦੇਖ ਸਕਦੇ ਹਾਂ? ਉਹ ਕਹਿੰਦਾ ਤੂੰ ਮਾਇਆ ਨੂੰ ਦੇਖਣਾ ਬੰਦ ਕਰ ਦੇ, ਆਤਮਾ ਆਪਣੇ ਆਪ ਤੈਨੂੰ ਦਿਖ ਜਾਏਗੀ। ਤੂੰ ਆਤਮਾ ਹੀ ਹੈ, ਤੂੰ ਆਪਣੇ ਆਪ, ਤੂੰ ਪਰਮਾਤਮਾ ਹੀ ਹੈ, ਤੂੰ ਆਤਮਾ ਹੀ ਰਹਿ ਜਾਏਗੀ, ਬਸ ਤੂੰ ਹੀ ਰਹਿ ਜਾਏਗਾ ਇਕੱਲਾ, ਉਹ ਮਾਲਕ ਹੀ ਰਹਿ ਜਾਊਗਾ ਬਸ। ਵਾਹਿਗੁਰੂ। ਹਾਂਜੀ ਵਾਹਿਗੁਰੂ ਜੀ। ਹਾਂਜੀ ਬੋਲੋ ਜੀ। ਤੁਸੀਂ ਕਹਿੰਦੇ ਸੀ ਵੀ ਅਸੀਂ ਜਦੋਂ ਅਸੀਂ ਸੌਂ ਜਾਂਦੇ ਅਸੀਂ ਆਪਣੀ ਆਤਮਾ ਦੇ ਕੋਲ ਚਲੇ ਜਾਂਦੇ। ਯੈਸ, ਬਿਲਕੁਲ ਠੀਕ ਹੈ ਜੀ। ਹਾਂਜੀ, ਫਿਰ ਆਪਣੇ ਵਿੱਚ ਦਾ ਆਤਮਾ ਹਮੇਸ਼ਾ ਹੀ ਆਪਣੇ ਵਿੱਚ ਆਤਮਾ ਹੈਗੀ ਤੇ ਆਪਾਂ ਚੱਲਦੇ ਫਿਰ ਉਹੀ ਤਾਂ ਹੈ, ਉਹੀ ਤਾਂ ਹੈ ਸਾਰਾ ਕੁਝ। ਇਹ ਕਿੱਦਾਂ ਆਪਾਂ ਪਹੁੰਚ ਜਾਂਦੇ? ਪਲੀਜ਼ ਕਲੈਰੀਫਾਈ। ਹਾਂਜੀ, ਕੀ ਕਹਿ ਰਹੇ ਹੋ ਜੀ? ਫੋਨ ਬੰਦ ਕਰ ਦਿਓ ਜੀ ਪਲੀਜ਼। ਆਪਣੇ ਅੰਦਰ ਆਤਮਾ ਆਪਾਂ ਫਿਰਦੇ ਤੁਰਦੇ ਹੈਗੇ ਆ। ਹਾਂ, ਕਿਉਂਕਿ ਜਦੋਂ ਆਤਮਾ ਉੱਥੋਂ ਨਿਕਲ ਜਾਂਦੀ ਆ ਉਹੀ ਆਤਮਾ ਫਿਰ ਆਪਾਂ ਮਰ ਜਾਂਦੇ, ਸਰੀਰ ਰਹਿ ਜਾਂਦਾ। ਹਾਂ, ਤੇ ਜੇ ਆਪਾਂ ਜਦੋਂ ਆਪਾਂ ਸੌਂ ਜਾਂਦੇ ਆ, ਆਪ ਜਿਹੜੇ ਹੁਣੇ ਫਰਮਾਇਆ ਕਿ ਆਪਾਂ ਜਦੋਂ ਸੌਂ ਜਾਂਦੇ ਆ ਫਿਰ ਆਪਾਂ ਆਪਣੀ ਆਤਮਾ ਦੇ ਕੋਲ ਚਲੇ ਜਾਂਦੇ ਆ। ਹਾਂ ਬਿਲਕੁਲ। ਇਹ ਕਿੱਦਾਂ ਪੋਸੀਬਲ ਕਿ ਆਪਾਂ ਏਦਾਂ ਤੁਸੀਂ ਮਾਇਆ ਦੇ ਡਿਫਰੈਂਟ ਪਲੇਸਿਸ? ਮੈਨੂੰ ਤੁਹਾਡਾ ਕੁਐਸਚਨ ਹੀ ਨਹੀਂ ਸਮਝ ਆਇਆ ਜੀ, ਬਿਲਕੁਲ ਪਲੀਜ਼। ਗੁਰੂ ਜੀ। ਹਾਂਜੀ ਬੋਲੋ। ਆਪਾਂ ਆਤਮਾ ਹੈਗੇ ਜਦੋਂ ਬੋਲਦੇ ਆ। ਹਾਂ, ਤੇ ਤੁਸੀਂ ਕਹਿੰਦੇ ਜਦੋਂ ਆਪਾਂ ਸੌਂਦੇ ਆ, ਆਪਾਂ ਸੌਂ ਕੇ ਆਪਾਂ ਸੁੱਤੇ ਆਪਣੀ ਆਤਮਾ ਦੇ ਵਿੱਚ ਕੋਲ ਚਲੇ ਜਾਂਦੇ ਆ। ਹਾਂ, ਇਹਦਾ ਮਤਲਬ ਜਰਾ ਸਮਝਾਈਓ ਕਿ ਜਦੋਂ ਆਤਮਾ ਆਪਣੇ ਵਿੱਚ ਹੀ ਆ, ਆਪਾਂ ਕਿੱਦਾਂ ਜਾ ਸਕਦੇ, ਕਿੱਦਾਂ ਚਲੇ ਜਾਂਦੇ? ਆਪਾਂ ਚੇਤਨ ਹੈਗੇ ਆ ਬੀਬੀ, ਆਪਾਂ ਚੇਤਨ ਹੈਗੇ ਆ। ਤੁਸੀਂ ਬੈਠੇ ਉੱਥੇ, ਹੁਣ ਤੁਸੀਂ ਇੰਗਲੈਂਡ ਬੈਠੇ ਹੋ ਤੇ ਬੈਠੇ ਤੁਸੀਂ ਇੰਡੀਆ 'ਚ ਕਿਵੇਂ ਆ ਜਾਂਦੇ ਹੋ? ਤੁਸੀਂ ਇੰਡੀਆ 'ਚ ਕਿਵੇਂ ਚਲੇ ਜਾਂਦੇ ਹੋ? ਕੈਨੇਡਾ ਕਿਵੇਂ ਚਲੇ ਜਾਂਦੇ ਹੋ? ਇਹ ਮੈਨੂੰ ਸਮਝਾ ਦਿਓ, ਜਾਂਦੇ ਹੋ ਕਿ ਨਹੀਂ ਜਾਂਦੇ? ਹਾਂਜੀ, ਆਪਣੇ ਵਿਚਾਰਾਂ ਦੇ ਨਾਲ। ਫੇਰ ਬਸ ਉਹ ਵਿਚਾਰ ਬੰਦ ਕਰਤੇ ਤੁਸੀਂ, ਤੇ ਤੁਸੀਂ ਕਿੱਥੇ ਰਹਿ ਗਏ? ਤੁਸੀਂ ਆਤਮਾ ਦੇ ਕੋਲ ਆ ਗਏ, ਵਾਪਸ ਰਹਿ ਗਏ, ਆ ਗਏ ਕਿ ਨਹੀਂ? ਵਾਹਿਗੁਰੂ, I'm not doubting you. ਮੈਂ ਸਿਰਫ ਸਮਝਣ ਦੀ ਕੋਸ਼ਿਸ਼ ਕਰਦੀ ਆ। ਮੈਨੂੰ ਇਹ ਪਤਾ ਲੱਗਾ ਸੀ ਜਦੋਂ ਤੁਸੀਂ ਸੌਂਦੇ ਆ, ਤੁਸੀਂ ਸੁੱਤੇ, ਤੁਹਾਡੀ ਆਤਮਾ ਪਰਮਾਤਮਾ ਦੇ ਕੋਲ ਚਲੇ ਜਾਂਦੀ ਆ। ਪਰਮਾਤਮਾ ਔਰ ਆਤਮਾ ਇੱਕੋ ਹੀ ਹੈਗੇ ਆ, ਦੋਨੋਂ ਦੇ ਦੋਨੋਂ। ਬਸ ਆਪਣਾ ਫਰਕ ਇੰਨਾ ਹੈਗਾ ਕਿ ਆਪਣੇ ਕਾਲਕ ਚੜੀ ਹੋਈ ਹੈ, ਆਪਣੀ ਆਤਮਾ ਜਿਹੜੀ ਆ ਉਹਦੇ ਉੱਤੇ ਮਨ ਚੜਿਆ ਹੋਇਆ ਹੈ, ਉਹਦੇ ਉੱਤੇ ਪੇਂਟ ਕੀਤਾ ਹੋਇਆ ਮਨ ਨੇ, ਸੰਸਕਾਰਾਂ ਨੇ, ਵਿਚਾਰਾਂ ਨੇ। ਵਾਹਿਗੁਰੂ, ਤੁਸੀਂ ਕਹਿ ਰਹੇ ਜਦ ਤੁਹਾਡਾ ਮਤਲਬ ਇਹ ਕਿ ਆਤਮੇ ਸਾਡੇ ਪਰਮਾਤਮਾ, ਇਹੀ ਆਤਮਾ ਉਸ ਬੜੇ ਪਰਮਾਤਮਾ ਵਿੱਚ ਚਲੇ ਜਾਂਦੀ ਹੈ। ਮਿਲੀ, ਹਾਂ, ਉਹਦੇ ਨਾਲ, ਇਹ ਤਾਂ ਉਹਦੇ ਨਾਲ ਮਿਲੀ ਹੋਈ ਆ, ਉਹਦਾ ਹੀ ਤਾਂ ਅੰਸ਼ ਹੈਗੀ ਆ, ਉਹਦੇ ਤੋਂ ਤਾਂ ਵੱਖ ਹੈ ਹੀ ਨਹੀਂ ਹੈ। ਉਹਦੇ ਤੋਂ ਵੱਖ ਇਹਨੂੰ ਕੀਤਾ ਹੋਇਆ ਸਿਰਫ ਜਿਹੜਾ ਹੈਗਾ, ਇਹ ਆਪਾਂ ਜਿਹੜੀ ਆਪਣੀ ਚੇਤਨਤਾ ਜਿਹੜੀ ਹੈਗੀ ਆ ਨਹੀਂ ਦੇਖ ਸਕਦੀ ਇਹਨੂੰ। ਆਪਣਾ ਚੇਤਨ ਜਿਹੜੇ ਹੈਗੇ ਆਪਾਂ, ਕਿਉਂਕਿ ਆਪਣੇ ਕੋਲ ਆਪਣੇ ਮਨ ਹੈਗਾ ਤੇ ਮਨ ਉਹਨੂੰ ਅੰਦਰ ਵੜਨ ਹੀ ਨਹੀਂ ਦਿੰਦਾ। ਉਹ ਕਾਲਕ ਹੈਗੀ ਐਸੀ, ਉਹ ਵਿਚਾਰ ਆ ਜਾਂਦੇ ਆ, ਉਹ ਸਾਰੀ ਸੰਸਾਰ ਦੇ ਜੋ ਵੀ ਆਪਾਂ ਜਮ੍ਹਾਂ ਕੀਤੀਆਂ ਹੋਈਆਂ ਆਪਣੀਆਂ ਫਿਲਮਾਂ ਹੈਗੀਆਂ, ਉਹ ਸਾਰੀਆਂ ਦੀਆਂ ਸਾਰੀਆਂ ਉੱਥੇ ਰੋਕ ਦਿੰਦੀਆਂ ਆਪਾਂ ਨੂੰ। ਉਹ ਮਨ ਤਾਂ ਐਸਾ ਹੈ ਕਿ ਜਦ ਸੁਰਤ ਜਿਹੜੀ ਉਹਦੇ ਵਿੱਚ ਜਾਂਦੀ, ਉਸੇ ਵੇਲੇ ਜਿਸ ਤਰ੍ਹਾਂ ਕੋਈ ਜਿਹੜਾ ਪੱਥਰ ਆ ਜਾਏ ਤੇ ਪੱਥਰ ਤੇ ਵੱਜ ਕੇ ਵਾਪਸ ਆ ਜਾਂਦੀ, ਇਸ ਤਰ੍ਹਾਂ ਤਾਂ ਆਪਾਂ ਬੈਕਆਊਟ ਹੋ ਜਾਂਦੇ ਹਾਂ। ਇੰਨਾ ਸਟਰੋਂਗ ਹੈਗਾ ਉਹਨੂੰ, ਮਨ ਨੂੰ ਜਿਹੜਾ ਹੈਗਾ, ਇਹਨੂੰ ਵਿਚਾਰ ਮੰਡਲ ਨੂੰ ਕ੍ਰਾਸ ਕਰਨਾ, ਜਿਹੜਾ ਆਹੀ ਤਾਂ ਗੇਮ ਹੈਗੀ ਆ। ਠੀਕ ਹੈ ਜੀ। ਉਹ ਤੀਸਰੀ ਚੀਜ਼ ਭੈਣ ਜੀ, ਉਹ ਤੀਸਰੀ ਚੀਜ਼ ਹੈ ਆਤਮਾ। ਪਹਿਲਾਂ ਮਨ ਔਰ ਸਰੀਰ, ਮਨ ਸੂਖਸ਼ਮ ਔਰ ਜਿਹੜਾ ਸਰੀਰ ਜਿਹੜਾ ਅਸੀਂ ਬੋਡੀ ਲਈ ਹੋਈ ਹੈ। ਜਦੋਂ ਅਸੀਂ ਸੌਂਦੇ ਆ, ਇਹ ਸਰੀਰ ਜਿਹੜਾ ਉਹ ਮਨ ਦੇ ਨਾਲ ਉਹ ਬੇਹੋਸ਼ੀ ਦੇ ਵਿੱਚ ਉਹ ਆਤਮਾ ਦੇ ਵਿੱਚੋਂ એનર્ਜੀ ਲੈਣ ਲਈ ਚਲਾ ਜਾਂਦਾ, ਪਰ ਸਾਨੂੰ ਹੋਸ਼ ਨਹੀਂ ਹੁੰਦੀ। ਜਿੱਦਾਂ ਆਪਾਂ ਸੁੱਤੇ ਸਾਡਾ ਕੋਈ ਮੰਜਾ ਕਿਸੇ ਫੁੱਲ ਬਗੀਚੇ ਦੇ ਵਿੱਚ ਰੱਖਿਆ ਹੋਵੇ ਨਾ, ਥੋੜੀ ਬਹੁਤ ਖੁਸ਼ਬੂ ਸਾਨੂੰ ਪਤਾ ਨਹੀਂ ਲੱਗਦੀ, ਪਰ ਅਸੀਂ ਲੈ ਆਉਂਦੇ ਹਾਂ ਉੱਥੋਂ ਤਾਜ਼ੀ ਹਵਾ, ਤੇ ਸਵੇਰ ਨੂੰ ਬੜਾ ਫਰੈਸ਼ ਹੁੰਦਾ ਵੀ ਯਾਰ ਮੈਂ ਕਿਤੇ ਗਿਆ ਸੀ ਪਰ ਮੈਨੂੰ ਪਤਾ ਨਹੀਂ ਹੈ, ਵੀ ਹੋਸ਼ ਪੂਰਵਕ ਨਹੀਂ ਗਿਆ, ਮੈਂ ਸੁੱਤਾ ਗਿਆ ਉੱਥੇ। ਉਹ ਸਵੇਰੇ ਜਦੋਂ ਅਸੀਂ ਸੁਪਨੇ ਉੱਠਦੇ ਆ, ਰਾਤੀ ਸੁਪਨਾ ਲੈਂਦਾ ਸਾਡਾ ਮਨ ਲੈਂਦਾ, ਤੇ ਸਾਨੂੰ ਦੱਸਦਾ ਕੌਣ ਹੈ ਤੂੰ ਅੱਜ ਆਹ ਸੁਪਨਾ ਦੇਖਿਆ? ਉਹ ਸਾਡੀ ਆਤਮਾ ਦੱਸਦੀ ਹੈ ਵੀ ਤੂੰ ਰਾਤ ਇੱਥੇ ਜਾ ਕੇ ਆਇਆ, ਤੂੰ ਇੱਥੇ ਸੁਪਨਾ ਦੇਖਿਆ ਤੂੰ।
ਬਿਲਕੁਲ ਉਹ ਚੀਜ਼ ਹੈ ਸਾਰੀ। ਉਹ ਜਿਹੜਾ ਆਤਮਾ ਉਹ ਪ੍ਰਮਾਤਮਾ ਹੀ ਹੈ। ਉਹ ਮਤਲਬ ਅਨੁਭਵ ਜਦੋਂ ਛੋਟੇ ਅਨੁਭਵ ਹੈ ਉਹ ਆਤਮਾ। ਤੁਸੀਂ ਇੱਕ ਵਾਰੀ ਉੱਥੇ ਜਦੋਂ ਤੁਸੀਂ ਇੱਕ ਵਾਰ ਉੱਥੇ ਥੋੜਾ ਜਿਹਾ ਜਦੋਂ ਤੁਸੀਂ ਆਨੰਦ ਲੈ ਲਿਆ ਨਾ, ਫਿਰ ਤੁਸੀਂ ਹੌਲੀ ਹੌਲੀ ਰੋਜ਼ ਕਰਨ ਨਾਲ ਉਹਦਾ ਹੀ ਸਰੂਪ ਹੋ ਜਾਓਗੇ। ਜਿੱਦਾਂ ਆਇਡੈਂਟੀਟੀ ਹੈ ਨਾ, ਜਿਹੜੀ ਆਇਡੈਂਟੀਟੀ ਖਤਮ ਹੋ ਜਾਂਦੀ ਹੈ ਜਦੋਂ ਸਾਗਰ ਦੇ ਵਿੱਚ ਜਾ ਕੇ ਦਰਿਆ ਨਦੀਆਂ ਡਿਫਰੈਂਟ ਤਰੀਕਿਆਂ ਦੇ ਨਾਲ ਉਹਦੇ ਵਿੱਚ ਪਹੁੰਚ ਜਾਂਦੀ ਹੈ। ਉਹਨਾਂ ਦੀ ਆਪਣੀ ਆਇਡੈਂਟੀਟੀ ਬੂੰਦ ਦੀ ਦਰਿਆਵਾਂ ਦੀ ਖਤਮ ਹੋ ਜਾਂਦੀ ਹੈ, ਉਹਦੇ ਹੀ ਰੂਪ ਹੋ ਜਾਂਦੇ ਆ। ਬਸ ਉਹ ਪਰਮਾਤਮਾ ਹੈ। ਉਸ ਤੋਂ ਆਪਣੀ ਚੇਤਨਤਾ ਜਿਹੜੀ ਹੈਗੀ ਆਤਮ ਤਲ ਦੇ ਉੱਤੇ ਆ ਜਾਂਦੀ ਆ। ਆਤਮਾ ਦੇ ਨਾਲ ਆਪਾਂ ਜੀਣ ਲੱਗ ਜਾਂਦੇ ਹਾਂ ਜਦ ਆਪਣੇ ਵਿਚਾਰ ਆਪਣੇ ਕੰਟਰੋਲ 'ਚ ਆ ਜਾਂਦੇ ਆ ਬਸ। ਔਰ ਇਹ ਚੀਜ਼ ਹੋਏਗੀ, ਇਹਦੇ ਵਾਸਤੇ ਮਾਲਕ ਕਹਿੰਦਾ ਹੈ ਕਿ ਮਹਾਰਾਜ ਕਹਿੰਦੀ ਹੈ, ਬਾਣੀ ਕਹਿੰਦੀ ਹੈ, ਬ੍ਰਹਮ ਗਿਆਨੀ ਕਹਿੰਦੇ ਆ, ਭਾਈ ਤੁਸੀਂ ਆਪਣੇ ਵਿਚਾਰਾਂ ਨੂੰ ਜਿਹੜਾ ਹੈਗਾ ਵਿਚਾਰਾਂ ਦੇ ਨਾਲ ਆਪਣੀ ਸੁਰਤ ਚੇਤਨਤਾ ਨੂੰ ਸੁਰਤ ਨੂੰ ਨਾ ਜੋੜੋ। ਬਸ ਇੰਨਾ ਕੰਮ ਕਰੋ। ਭਾਵ ਸਾਗਰ ਇਹ ਵਿਚਾਰਾਂ ਦਾ ਹੀ ਹੈ, ਵਿਚਾਰਾਂ ਦਾ ਹੀ ਭਾਵ ਸਾਗਰ ਹੈ ਇਹ। ਇਹਨੂੰ ਜਦੋਂ ਅਸੀਂ ਵਿਚਾਰਾਂ ਦੇ ਵਿਚਾਰ ਮੰਡਲ ਤੋਂ ਅੱਗੇ ਲੰਘ ਗਏ ਨਾ, ਫਿਰ ਅਸੀਂ ਉਹ ਆਤਮ ਮੰਡਲ ਹੈਗਾ, ਆਤਮ ਮੰਡਲ ਜਿਹੜਾ ਉਹ ਕੰਟਰੋਲ ਪਰਮਾਤਮਾ ਦਾ ਸਾਰਾ। ਉਹ ਸਾਰੇ ਕਿਤੇ ਜੋ ਕਣ ਦੇ ਅੰਦਰ, ਫਿਰ ਤੁਹਾਨੂੰ ਕੋਈ ਦੁਸ਼ਮਣ ਹੈ, ਤੁਹਾਨੂੰ ਕੋਈ ਹਰ ਚੀਜ਼, ਹਰ ਪੰਛੀ ਹੈ, ਪਸ਼ੂ ਹੈ, ਉਹਦੇ ਬੈਕ ਤੇ ਤੁਹਾਨੂੰ ਉਹੀ ਨਜ਼ਰ ਆਉਗੀ ਤਾਂ ਸਾਰਾ ਉਹਦਾ ਹੀ ਖੇਲ ਚੱਲ ਰਿਹਾ। ਬਿਲਕੁਲ ਸਾਰਾ ਹੀ ਉਹਦਾ ਖੇਲ ਚੱਲ ਰਿਹਾ। ਔਰ ਹਾਂਜੀ ਜੀ ਹਾਂਜੀ ਮੈਂ ਕਿਹਾ ਸੀ ਆਪਾਂ ਸੁਣਦੇ ਆ ਵੀ ਸਾਡਾ ਮਨ ਫ੍ਰੀ ਹੋ ਜਾਂਦਾ, ਵੀ ਆਤਮਾ ਆਜ਼ਾਦ ਹੋ ਜਾਂਦੀ ਹੈ ਉੱਥੇ ਜਦੋਂ ਆਪਾਂ ਸੁਣਦੇ ਆ ਵੀ ਆਪਣੀ ਜਿਹੜੀ ਫ੍ਰੀ ਹੋ ਗਿਆ ਉਹ ਮਤਲਬ ਲਾਈਟ ਹੋ ਜਾਂਦੀ ਹੈ। ਜੋ ਮੈਂ ਹੈ ਨਾ, ਮੈਂ ਭਾਵ ਖਤਮ ਹੋ ਕੇ ਸਰੀਰ ਤੇ ਨਾਲ ਹੀ ਮਨ ਚੁੱਪ ਹੋ ਜਾਂਦਾ, ਮਨ ਦੇ ਨਾਲ ਸਰੀਰ ਚੁੱਪ ਹੋ ਜਾਂਦਾ ਤੇ ਉਹ ਉੱਥੋਂ એનર્ਜੀ ਸੋਰਸ ਦੇ ਵਿੱਚ ਆਪਣੀ ਬੈਕ ਜਾਂਦਾ। ਉੱਥੋਂ ਸੋਰਸ ਕੀ ਉਹ ਆਤਮਾ ਜਿਹਨੂੰ ਕਹਿ ਸਕਦੇ ਆਪਾਂ, ਉੱਥੋਂ એનર્ਜੀ ਲੈ ਕੇ ਦੁਬਾਰਾ ਸਵੇਰੇ ਜਦੋਂ ਹੋਸ਼ ਦੁਬਾਰਾ ਸੁੱਤੇ ਉੱਠਦੇ ਅਸੀਂ ਉੱਥੇ ਫੇਰ ਵਾਪਸ ਆ ਜਾਂਦੇ। ਹਾਂ, ਇੱਕ ਨੀਂਦ ਐਸੀ ਹੁੰਦੀ ਹੈ, ਦੇਖੋ ਇੱਕ ਨੀਂਦ ਸੁਪਨੇ ਵਾਲੀ ਹੁੰਦੀ ਹੈ, ਦੂਸਰੀ ਨੀਂਦ ਇੱਕ ਐਸੀ ਹੁੰਦੀ ਹੈ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਜਿਹੜੇ ਆ ਕਿੱਥੇ ਆ। ਉਹ ਜਿਹੜੀ ਨੀਂਦ ਹੈਗੀ ਉਹ ਤੁਸੀਂ ਆਤਮਾ ਦੇ ਕੋਲ ਹੈਗੇ ਆ ਬਸ। ਡੀਪ ਸਲੀਪ ਕਹਿੰਦੇ ਆ ਉਹਨੂੰ ਆਪਾਂ। ਇੱਕ ਰੈਮ ਸਲੀਪ ਹੁੰਦੀ ਹੈ, ਰੈਪਿਡ ਆਈ ਮੂਵਮੈਂਟ, ਜਿਹਨੂੰ ਆਪਾਂ ਸੁਪਨਿਆਂ ਵਾਲੀ ਨੀਂਦ ਹੈ। ਉਹ ਰਾਤ ਨੂੰ ਤੁਸੀਂ ਦੇਖੋ, ਤੁਸੀਂ ਹੁਣ ਤਾਂ ਸਾਇੰਸ ਦੇ ਕੋਲ ਘੜੀਆਂ ਵੀ ਆ ਗਈਆਂ ਏਦਾਂ ਦੀਆਂ ਜਿਹੜੀਆਂ ਇਹ ਦੱਸਦੀਆਂ ਕਿ ਤੁਸੀਂ ਜਿਹੜਾ ਹੈਗਾ ਉਹ ਪਹਿਲਾਂ ਤੁਸੀਂ ਨਾਰਮਲ ਜਿਹੜੀ ਸਲੀਪ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਜਾਗਦੇ ਸੀ, ਅਵੇਕਨਿੰਗ ਜਿਹਨੂੰ ਕਹਿੰਦੇ ਆ। ਫਿਰ ਇੱਕ ਸਲੀਪ ਹੁੰਦੀ ਹੈ REM ਸਲੀਪ, ਰੈਮ ਸਲੀਪ। ਉਸ ਤੋਂ ਬਾਅਦ ਹੁੰਦੀ ਹੈ ਡੀਪ ਸਲੀਪ। ਹਰ ਇੱਕ ਇਨਸਾਨ ਕਿਸੇ ਲਈ 15 ਮਿੰਟ ਲਈ, ਕੋਈ 20 ਮਿੰਟ ਲਈ, ਕੋਈ ਅੱਧੇ ਘੰਟੇ ਲਈ, ਮੈਕਸਿਮਮ 40-45 ਮਿੰਟ ਪੂਰੀ ਨਾਈਟ ਦੇ 6-7 ਘੰਟੇ ਦੇ ਸਾਈਕਲ 'ਚ ਉਹ ਉੱਥੇ ਹੁੰਦਾ ਆਤਮਾ ਦੇ ਕੋਲ। ਬਿਲਕੁਲ ਮਤਲਬ ਜਿਹੜਾ ਉਹ ਵਿਚਾਰ ਨਹੀਂ ਹੁੰਦੇ ਉੱਥੇ, ਵਿਚਾਰ ਨਹੀਂ ਹੁੰਦੇ, ਸੁਪਨੇ ਨਹੀਂ ਹੁੰਦੇ, ਉਹ ਸੁਖਾਪਤੀ ਅਵਸਥਾ ਜਿਹਨੂੰ ਕਹਿੰਦੇ ਆਪਾਂ। ਹਾਂ ਚਲੋ ਅਸੀਂ ਚੱਲੀਏ ਅੱਗੇ। ਇਹਦੇ ਵਾਸਤੇ ਜਿਹੜੇ ਹੈਗੇ ਮਹਾਰਾਜ ਜਿਹੜੇ ਹੈਗੇ ਕਹਿੰਦੇ ਆ ਬਈ ਇਹ ਸਭ ਤੋਂ ਈਜ਼ੀਐਸਟ ਵੇ ਹੈ, ਆਪਣੇ ਵਿਚਾਰ ਬੰਦ ਕਰ ਲਾ ਬਸ। ਔਰ ਆਪਣੇ ਵਿਚਾਰ ਬੰਦ ਕਰੇਗਾ ਤੇ ਉਹ ਤੂੰ ਆਤਮਾ ਦੇ ਨੇੜੇ ਹੋ ਗਿਆ। ਆਤਮਾ ਨੂੰ ਤੇਰੇ ਚੇਤੇ ਦੇ ਵਿੱਚ, ਚਿੱਤ ਦੇ ਵਿੱਚ ਆਤਮਾ ਆ ਗਈ, ਆਤਮਾ ਆ ਗਈ, ਪਰਮਾਤਮਾ ਆ ਗਈ, ਪਰਮਾਤਮਾ ਤੇਰੇ ਚੇਤੇ ਦੇ ਵਿੱਚ ਆ ਗਿਆ ਜੇ ਤੂੰ ਆਪਣੇ ਵਿਚਾਰ ਬੰਦ ਕਰ ਲਏਗਾ। ਹੁਣ ਆ ਜਿਹੜਾ ਹੈਗਾ 1141 ਅੰਗ ਦੇ ਉੱਤੇ ਅਸੀਂ ਜਿਹੜੇ ਹੈਗੇ ਆ ਸ਼ਬਦ ਲੈਣ ਲੱਗੇ ਆ 1141 ਤੇ ਪੈਰੋ ਮਹੱਲਾ 5ਵਾਂ। ਚੀਤ ਆਵੇ ਤਾਂ ਮਹਾ ਆਨੰਦ। ਕਹਿੰਦੇ ਜੇ ਤੂੰ ਜਾਗਦੇ ਹੋਏ ਵਿਚਾਰ ਬੰਦ ਕਰ ਲੈ, ਤੇਰੇ ਚੇਤੇ ਦੇ ਵਿੱਚ ਜਿਹੜੀ ਆਤਮਾ ਆ ਗਈ, ਆਤਮਾ ਸੱਚ ਆ ਔਰ ਦੁਨੀਆ ਆਕਾਰ ਝੂਠ ਹੈਗਾ। ਤੇ ਜੇ ਕੋਈ ਤੇਰੇ ਚੇਤੇ ਦੇ ਵਿੱਚ ਤੇਰੀ ਆਤਮਾ ਆ ਗਈ, ਚਿੱਤ ਦੇ ਵਿੱਚ ਆ ਗਈ, ਤੇਰੇ ਡਿਸਪਲੇ ਤੇ ਤੇਰੀ ਆਤਮਾ ਆ ਗਈ, ਮਤਲਬ ਤੇਰੇ ਵਿਚਾਰ ਬੰਦ ਹੋ ਗਏ ਤਾਂ ਮਹਾ ਆਨੰਦ। ਬਾਣੀ ਕਹਿੰਦੀ ਆ ਇੰਨੀ ਖੁਸ਼ੀ ਆਏਗੀ ਤੇਰੇ ਕੋਲ, ਇੰਨੀ ਖੁਸ਼ੀ ਆਏਗੀ ਜੇ ਤੇਰੇ ਤੂੰ ਵਿਚਾਰ ਮੰਡਲ ਕ੍ਰਾਸ ਕਰ ਗਿਆ ਤੇ ਬਹੁਤ ਹੀ ਖੁਸ਼ੀ ਆ ਜਾਏਗੀ ਤੈਨੂੰ। ਚੀਤ ਆਵੇ ਤਾਂ ਸਭੇ ਦੁੱਖ ਭੰਜ। ਤੇਰੇ ਸਾਰੇ ਦੇ ਸਾਰੇ ਦੁੱਖ ਜਿਹੜੇ ਹੈਗੇ ਉਹ ਭੰਨੇ ਜਾਣਗੇ, ਦੂਰ ਹੋ ਜਾਣਗੇ। ਚੀਤ ਆਵੇ ਤਾਂ ਸਰਦਾ ਪੂਰੀ। ਤੇਰੀ ਸ਼ਰਧਾ ਪੂਰੀ ਹੋ ਜਾਏਗੀ, ਜਿਹੜੀ ਤੇਰੀ ਇੱਛਾ ਹੈ ਤੇਰੇ ਮਨ ਦੇ ਵਿੱਚ ਆਤਮਾ ਨੂੰ ਦੇਖਣ ਦੀ, ਉਹ ਤੇਰੀ ਇੱਛਾ ਪੂਰੀ ਹੋ ਜਾਏਗੀ। ਚੀਤ ਆਵੇ ਤਾਂ ਕਭੈ ਨਾ ਝੂਰੀ। ਕਦੇ ਵੀ ਨਹੀਂ ਝੁਰੇਗਾ, ਕਦੇ ਵੀ ਤੂੰ ਦੁਖੀ ਨਹੀਂ ਹੋਏਗਾ। ਤੇਰੇ ਚਿੱਤ ਦੇ ਵਿੱਚ ਜੇ ਕਿਤੇ ਆਤਮਾ ਆ ਜਾਏ, ਪਰਮਾਤਮਾ ਆ ਜਾਏ, ਆਤਮਾ ਪਰਮਾਤਮਾ ਇੱਕੋ ਹੀ ਹੈ। ਇਹ ਹੈਗਾ ਪਹਿਲਾ ਬੰਦ। ਹੁਣ ਅੱਗੇ ਰਹਾਉ ਦੀ ਪੰਕਤੀ ਆ ਰਹੀ ਹੈ। ਕਹਿੰਦੇ ਆ ਕੀ ਕਮਾਲ ਹੋ ਗਿਆ। ਕਹਿੰਦੇ ਅੰਤਰ ਰਾਮ ਰਾਏ ਪ੍ਰਗਟੇ ਆਏ। ਮੇਰੀ ਆਤਮਾ ਜਿਹੜੀ ਹੈਗੀ ਪ੍ਰਗਟ ਹੋ ਗਈ ਮੇਰੇ ਸਾਹਮਣੇ। ਆਤਮਾ ਮੇਰੀ ਚੇਤਨਤਾ ਜਿਹੜੀ ਆਤਮਾ ਦੇ ਵਿੱਚ ਲੀਨ, ਆਤਮਾ ਨੂੰ ਦੇਖਣ ਲੱਗ ਗਈ। ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰੇ ਪੂਰੇ ਦਿਓ ਰੰਗ ਲਾਏ। ਮੇਰੇ ਗੁਰੂ ਨੇ, ਬ੍ਰਹਮ ਗਿਆਨੀਆਂ ਨੇ ਮੈਨੂੰ ਦੱਸਿਆ ਵੀ ਵਿਚਾਰ ਬੰਦ ਕਰ, ਆਪਣੇ ਚੁੱਪ ਸੁੰਨ ਦੇ ਵਿੱਚ ਬੈਠ ਜਾ, ਤੂੰ
ਤੂੰ ਆਟੋਮੈਟਿਕਲੀ ਜਿਹੜਾ ਹੈਗਾ ਇਹ ਵਿਚਾਰ ਮੰਡਲ ਕ੍ਰਾਸ ਕਰਕੇ ਤੇ ਆਤਮ ਮੰਡਲ ਦੇ ਵਿੱਚ ਚਲੇ ਜਾਏਗਾ। ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰੇ ਪੂਰੇ ਦਿਓ ਰੰਗ ਲਾਏ। ਮੇਰੇ ਗੁਰੂ ਨੇ ਤਾਂ ਮੇਰੇ ਰੰਗ ਹੀ ਲਗਾ ਦਿੱਤਾ, ਮੈਨੂੰ ਮੇਰੀ ਆਤਮਾ ਦੇ ਦਰਸ਼ਨ ਹੋ ਗਏ। ਰਹਾ ਚੀਤ ਆਵੇ ਤਾਂ ਸਰਬ ਕੋ ਰਾਜਾ। ਕਹਿੰਦੇ ਬਸ ਜੇ ਚਿੱਤ 'ਚ ਆ ਗਿਆ, ਪਰਮਾਤਮਾ ਚਿੱਤ 'ਚ ਆ ਗਿਆ, ਵਿਚਾਰ ਬੰਦ ਹੋ ਗਏ ਤੇ ਇਨਸਾਨ ਜਿਹੜਾ ਹੈਗਾ ਆਪਣੀ ਪੂਰੇ ਆਪਣੇ ਪੂਰੇ ਵਿਚਾਰਾਂ ਦਾ ਮਨ ਦਾ ਰਾਜਾ ਬਣ ਜਾਏਗਾ। ਮਨ ਉਹਦੇ ਕੰਟਰੋਲ 'ਚ ਆ ਜਾਏਗਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ, ਇਹ ਸਾਰੀਆਂ ਦੀਆਂ ਸਾਰੀਆਂ ਉਹਦੇ ਬਸ ਦੇ ਵਿੱਚ ਹੋ ਜਾਣਗੀਆਂ। ਉਹ ਰਾਜਾ ਹੋ ਜਾਏਗਾ ਇਹਨਾਂ ਦਾ। ਹੁਣ ਜਿਹੜਾ ਹੈਗਾ ਇਹ ਜਿਹੜੇ ਇਹਨਾਂ ਨੇ ਆਪਾਂ ਨੂੰ ਇਹਨੂੰ ਜੀਵ ਨੂੰ ਜਿਹੜਾ ਹੈਗਾ ਇਹਨੂੰ ਗੁਲਾਮ ਬਣਾਇਆ ਹੋਇਆ ਆਪਣਾ, ਇਹ ਰਾਜਾ ਬਣੇ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ। ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ। ਜੇ ਚਿੱਤ 'ਚ ਆ ਗਿਆ ਪਰਮਾਤਮਾ ਆਤਮਾ ਤੇ ਸਾਰੇ ਕੰਮ ਪੂਰੇ ਹੋ ਜਾਣਗੇ। ਚੀਤ ਆਵੇ ਤਾਂ ਰੰਗ ਗੁਲਾਲ। ਕਹਿੰਦੇ ਐਸੀ ਲਾਲੀ ਚੜ ਜਾਏਗੀ ਕਿ ਇਨਸਾਨ ਨੂੰ ਦੇਖ ਕੇ ਹੀ ਜਿਹੜਾ ਹੈਗਾ, ਕਈ ਇਨਸਾਨ ਹੁੰਦੇ ਆ ਐਸੇ ਧਿਆਨ ਸਿਮਰਨ ਵਾਲੇ ਹੁੰਦੇ ਆ ਕਿ ਉਹਨਾਂ ਦੇ ਨਾਲ ਬੈਠ ਕੇ ਹੀ ਜਿਹੜਾ ਬੜੀ ਖੁਸ਼ੀ ਆਉਂਦੀ ਹੈ। ਐਸਾ ਗੁਲਾਲ ਚਿਹਰਾ ਉਹਨਾਂ ਦੇ ਮਨ ਦੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ। ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ। ਕਹਿੰਦੇ ਇੰਨਾ ਖੁਸ਼ਹਾਲੀ ਆ ਜਾਏਗੀ, ਨਿਹਾਲੋ ਨਿਹਾਲ ਹੋ ਜਾਏਗਾ ਭਾਈ ਹਮੇਸ਼ਾ ਵਾਸਤੇ। ਚੀਤ ਆਵੇ ਤਾਂ ਸਦ ਧਨਵੰਤਾ, ਹਮੇਸ਼ਾ ਵਾਸਤੇ ਧਨਵਾਨ ਹੋ ਜਾਏਗਾ। ਜਿਹੜਾ ਆਤਮ ਤਲ ਤੇ ਜੀਂਦਾ ਹੈ ਉਹ ਕਦੀ ਝੂਠ ਨਹੀਂ ਬੋਲੇਗਾ, ਕਦੀ ਗਲਤ ਨਹੀਂ ਦੇਖੇਗਾ, ਕਦੀ ਗਲਤ ਨਹੀਂ ਸੁਣੇਗਾ। ਉਹ ਆਇਆ ਆਤਮ ਤਲ ਤੇ ਜੀਣਾ ਆਤਮਾ ਦੇ ਨਾਲ। ਆਤਮਾ ਪਰਮਾਤਮਾ ਹੈ। ਜਿਹਨੂੰ ਪਤਾ ਹੈ ਵੀ ਮੇਰੀ ਆਤਮਾ ਮੈਨੂੰ ਦੇਖ ਰਹੀ ਹੈ ਤੇ ਉਹ ਆਦਮੀ ਮਾੜਾ ਕੰਮ ਕਰੂਗਾ ਹੀ ਕਿਉਂ? ਉਹਦੀ ਆਤਮਾ ਜਿਹੜੀ ਹੈਗੀ ਉਹਨੂੰ ਇਮੀਡੀਏਟਲੀ ਉਹ ਕੰਮ ਕਰਨ। ਜਿਹੜਾ ਆਤਮਾ ਤੋਂ ਡਰ ਰਿਹਾ, ਪਰਮਾਤਮਾ ਤੋਂ ਡਰ ਰਿਹਾ, ਉਹ ਬਸ ਇੰਨੀ ਕੀ ਗੇਮ ਆ। ਬਸ ਸਭ ਤੋਂ ਪਹਿਲਾਂ ਕਹਿੰਦੇ ਆਤਮਾ ਤੋਂ ਪਰਮਾਤਮਾ ਤੋਂ ਡਰਨਾ ਸਿੱਖ ਲਾ ਵੀ ਤੂੰ ਇਕੱਲਾ ਨਹੀਂ ਹੈਗਾ, ਤੂੰ ਹਮੇਸ਼ਾ ਜਿਹੜਾ ਹੈਗਾ ਤੇਰੇ ਨਾਲ ਆਤਮਾ ਹੈਗੀ। ਔਰ ਉਹ ਸੌਂਦੀ ਨਹੀਂ ਆ, ਉਹ ਹਮੇਸ਼ਾ ਦੇਖ ਰਹੀ ਹੈ ਤੇਰੀ ਕਰਤੂਤ ਨੂੰ, ਜੋ ਕੁਝ ਵੀ ਤੂੰ ਕਰ ਰਿਹਾ ਹੈ। ਚੀਤ ਆਵੇ ਤਾਂ ਸਦ ਧਨਵੰਤਾ, ਉੱਥੇ ਉਹਨੂੰ ਕਹਿੰਦੇ ਧਨਵਾਨ। ਜਿਹੜਾ ਆਤਮ ਤਲ ਤੇ ਜੀਂਦਾ ਹੈ ਉਹ ਤਾਂ ਸਾਰਿਆਂ ਦਾ ਕੋਟ ਲਾਖ ਸਰਬ ਕੋ ਰਾਜਾ, ਜੇ ਸਿਰ ਦੇ ਨਾਮ ਤੁਮਾਰਾ। ਚੀਤ ਆਵੇ ਤਾਂ ਸਦ ਧਨਵੰਤਾ, ਚੀਤ ਆਵੇ ਤਾਂ ਸਦ ਨਿਬਰੰਤਾ। ਹਮੇਸ਼ਾ ਵਾਸਤੇ ਭ੍ਰਾਂਤੀ ਜਿਹੜੀ ਹੈ, ਮਾਇਆ ਜਿਹੜੀ ਹੈਗੀ ਹੈ, ਸੰਸਾਰ ਜਿਹੜਾ ਸਰੀਰ ਆਕਾਰ, ਇਸ ਚੋਂ ਜਿਹੜਾ ਪਾਸੇ ਹੋ ਜਾਂਦਾ ਹੈ, ਭ੍ਰਾਂਤੀ ਖਤਮ ਹੋ ਜਾਂਦੀ ਹੈ। ਚੀਤ ਆਵੇ ਤਾਂ ਸਭ ਰੰਗ ਮਾਣੇ। ਇੱਥੇ ਜਿਹੜੇ ਚਿੱਤ 'ਚ ਪਰਮਾਤਮਾ ਆ ਗਿਆ ਉਹ ਤਾਂ ਇੰਨਾ ਜਿਹੜਾ ਹੈਗਾ ਖੁਸ਼ਹਾਲ ਜੀਵਨ ਦੇ ਵਿੱਚ ਕਹਿੰਦੇ ਕਿ ਉਹ ਤਾਂ ਆਤਮਾ ਦੇ ਨਾਲ ਅਸਲੀ ਰੰਗ ਆ, ਆਤਮਾ ਦੇ ਨਾਲ ਅਸਲੀ ਸਵਾਦ ਆ, ਆਤਮਾ ਦੇ ਨਾਲ ਅਸਲੀ ਰੱਜ ਹੈਗਾ। ਜਿਹੜਾ ਆਪਾਂ ਨੂੰ ਕਿਤੇ ਰੱਜ ਨਹੀਂ ਮਿਲਦਾ ਦੁਨੀਆ ਦੇ ਪਦਾਰਥਾਂ ਦੇ ਵਿੱਚ, ਆਪਾਂ ਨੂੰ ਆਤਮਾ ਦੇ ਤਲ ਤੇ ਉਹ ਰੱਜ ਮਿਲਦਾ ਹੈ। ਚੀਤ ਆਵੇ ਤਾਂ ਸਭ ਰੰਗ ਮਾਣੇ, ਚੀਤ ਆਵੇ ਤਾਂ ਚੁੱਕੀ ਕਾਣੇ। ਔਰ ਇਹ ਕਾਣ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਹੈ ਕਾਣ ਵਗੀ ਹੋਈ ਆਪਾਂ ਨੂੰ, ਇਹ ਕਾਣ ਚੁੱਕ ਜਾਂਦੀ ਹੈ। ਚੀਤ ਆਵੇ ਤਾਂ ਸਹਿਜ ਕਰ ਪਾਇਆ। ਸਹਿਜ ਕਰ ਆ ਗਿਆ ਜਿੱਥੇ ਕੋਈ ਵਿਚਾਰ ਨਹੀਂ ਹੈ। ਹਮੇਸ਼ਾ ਉਹ ਵਿਚਾਰ ਉਹਦੇ ਕੰਟਰੋਲ 'ਚ ਹੈ, ਉਹਦੀ ਮਰਜ਼ੀ ਹੈ। ਜੇ ਉਹਨੇ ਹੁਣ ਕੋਈ ਕੰਮ ਕਰਨਾ ਹੈ ਬਈ ਕੋਈ ਪਾਸਟ ਜਿਹੜਾ ਹੈਗਾ ਉਸ ਤੋਂ ਐਕਸਪੀਰੀਅੰਸ ਸੋਚਣਾ ਹੈ ਵੀ ਮੈਂ ਇਹ ਇਸ ਤਰ੍ਹਾਂ ਕੀਤਾ ਸੀ, ਉਹਨੇ ਉਹ ਵਿਚਾਰ ਲੈ ਕੇ ਉਹ ਵਾਪਸ ਜਿਹੜਾ ਹੈਗਾ ਉਹ ਕੰਮ ਕਰਕੇ ਫਿਰ ਵਾਪਸ 0 ਲੈਵਲ 'ਤੇ ਪਹੁੰਚ ਜਾਣਾ ਉਹਨੇ। ਕੋਈ ਵਿਚਾਰ ਨਹੀਂ, ਕੋਈ ਪਿੱਛੇ ਨਹੀਂ, ਬੈਕ ਨਹੀਂ, ਕੋਈ ਫਰੰਟ ਨਹੀਂ ਹੈ, ਬਸ ਫਿਰ 0 ਲੈਵਲ 'ਤੇ ਫਿਰ ਆ ਗਿਆ ਉਹ। ਚੀਤ ਆਵੇ ਸਹਿਜ ਕਰ ਪਾਇਆ। ਆ ਦੇਖੋ ਹੁਣ ਅੱਗੇ ਕੀ ਕਹਿ ਰਹੀ ਹੈ ਬਾਣੀ, ਚੀਤ ਆਵੇ ਤਾਂ ਸੁੰਨ ਸਮਾਇਆ। ਆ ਸੁੰਨ ਸਮਾਇਆ ਕਹਿ ਰਹੀ ਹੈ ਬਾਣੀ। ਸੁੰਨ ਦੇ ਵਿੱਚ ਸਮਾਉਣਾ। ਸੁੰਨ ਕਿਹਨੂੰ ਕਹਿੰਦੇ? ਜਿੱਥੇ ਕੋਈ ਵਿਚਾਰ ਨਹੀਂ ਹੈਗਾ, ਸਹਿਜ ਅਵਸਥਾ। ਔਰ ਸੁੰਨ ਸਮਾ ਗਿਆ, ਸੁੰਨ ਦੇ ਵਿੱਚ ਸਮਾ ਗਿਆ। ਸੁੰਨ ਹੈ ਪਰਮਾਤਮਾ, ਪਰਮਾਤਮਾ ਦੇ ਵਿੱਚ ਕੋਈ ਵਿਚਾਰ ਨਹੀਂ ਹੈ, ਆਤਮਾ ਦੇ ਵਿੱਚ ਕੋਈ ਵਿਚਾਰ ਨਹੀਂ ਹੈ, ਬਸ ਉਹ ਹੈ ਉਸ ਤਲ ਤੇ ਜੀਣਾ। ਚੀਤ ਆਵੇ ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁੰਨ ਸਮਾਇਆ, ਚੀਤ ਆਵੇ ਸਦ ਕੀਰਤਨ ਕਰਤਾ। ਕੀਰਤਨ ਕਹਿੰਦੇ ਆ, ਆਹ ਕੀਰਤੀ ਹੈ ਪਰਮਾਤਮਾ ਦੀ। ਔਰ ਇਹ ਉਦੋਂ ਹੁੰਦੀ ਆ ਜਦ ਜਿਹੜਾ ਹੈਗਾ ਆਪਣੇ ਵਿਚਾਰ ਬੰਦ ਹੋ ਜਾਂਦੇ ਆ, ਉਦੋਂ ਆ ਕੀਰਤਨ ਕਰਨ ਸ਼ੁਰੂ ਹੁੰਦਾ। ਐਸਾ ਕੀਰਤਨ ਕਰ ਮਨ ਮੇਰੇ, यहाँ वहाँ जो काम तेरे। कलयुग में कीर्तन प्रधाना, गुरमुख जपिए लाए ध्याना। जिथे ध्यान लग गया वो कीर्तन हैगा पाए। चीत आवे सद कीर्तन करता, मन मानिया नानक भगवंता। मन पतंदर जिहड़ा नहीं ਮੰਨਦਾ ਸੀਗਾ
ਉਹਨੂੰ ਜਦ ਸਵਾਦ ਚਖਾਇਆ, ਆਪਾਂ ਨੇ ਸੁੰਨ ਦੇ ਵਿੱਚ ਕਿਵੇਂ ਜਾਣਾ ਆ, ਸੁੰਨ ਦਾ ਸਵਾਦ ਚਖਾਇਆ ਤੇ ਮਨ ਜਿਹੜਾ ਹੈਗਾ ਮੰਨ ਗਿਆ ਭਾਈ। ਆਹ ਸੀਗਾ ਪਰਮਾਤਮਾ ਜਿਹੜਾ ਹੈਗਾ ਉਹ ਚੇਤੇ 'ਚ ਆਤਮਾ ਦੇ ਤਲ 'ਤੇ ਜੀਣ ਦੇ ਨਾਲ ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਹੈ ਇਹ ਜੋ ਗੇਮ ਪਾਈ ਹੈ ਮਾਲਕ ਨੇ, ਉਸ 'ਚੋਂ ਆਪਾਂ ਨਿਕਲਦੇ ਹਾਂ। ਪੈਰੋ ਮਹਲਾ ਪੰਜਵਾਂ, ਬਾਪ ਹਮਾਰਾ ਚਰਨਜੀਵੀ। देखो, बाप हमारा चरणजीवी, सद चरणजीवी, हमेशा बाप हमारा सद चरणजीवी। कहते हमेशा ही, हमेशा परमात्मा कभी जाता ही नहीं किते भी, परमात्मा हमेशा रहने वाला है, चिरंजीवी है, हमेशा चिर तक जीण वाला मालक परमात्मा। भाई हमारे सद ही जीवी, और भरा कहते वो भी मेरे चिरंजीवी है, हमेशा जीण वाले है। भरा किहड़े है? भरा है सतसंगी, सतसंगी भरा है जिन्हों की संगत करते हैं, जिन्हों के ਜਿਹੜੇ ਇੱਕੋ ਜੀ ਸੋਚ ਵਾਲੇ ਹੈਗੇ, ਜਿਨ੍ਹਾਂ ਦੇ ਜਿਹੜੇ ਗੁਰੂ ਦੇ ਨਾਲ ਗੁਰੂ ਦੀ ਸੰਗਤ ਹੁੰਦੀ ਹੈ, ਉਹ ਆਪਣੇ ਸਾਰੇ ਭਰਾ ਹੀ ਹੈਗੇ। ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਬਿਨਾਸੀ। ਔਰ ਮਿੱਤਰ ਕਿਹੜੇ ਆ? ਉਹਨਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਆਪਣੀ ਇੰਟਰੈਕਸ਼ਨ ਹੈਗੀ, ਜਿਹੜਾ ਜਿਸ ਤਰ੍ਹਾਂ ਹੁਣ ਤੁਹਾਡੇ ਨਾਲ ਜਾਣ ਪਛਾਣੇ, ਤੁਸੀਂ ਮਿੱਤਰ ਸਾਡੇ ਹੋ ਗਏ, ਆ ਮਿੱਤਰ ਹੋ ਗਏ ਸਾਡੇ ਗੁਰਸਿੱਖ, ਇਹ ਹੈਗੇ ਮਿੱਤਰ। ਮੀਤ ਹਮਾਰੇ ਸਦਾ ਅਵਿਨਾਸੀ, ਇਹ ਵੀ ਜਿਹੜੇ ਹੈਗੇ, ਕਿਉਂਕਿ ਇਹਨਾਂ ਦੀ ਸੋਚ ਔਰ ਇਹ ਵੀ ਭਗਤੀ ਕਰਦੇ ਆ, ਇਹ ਵੀ ਉਹੀ ਯਾਤਰਾ ਕਰਦੇ ਆ, ਇਸ ਕਰਕੇ ਇਹ ਵੀ ਜਿਹੜੇ ਹੈਗੇ ਅਵਿਨਾਸੀ ਹੋ ਜਾਂਦੇ ਆ। ਕਿਉਂਕਿ ਅਵਿਨਾਸੀ ਆਤਮਾ ਤਲ 'ਤੇ ਜਿਹੜਾ ਜੁੜ ਗਿਆ ਉਹ ਜਨਮ ਮਰਨ 'ਚ ਜੂਨਾਂ 'ਚ ਨਹੀਂ ਆਏਗਾ। ਜਿਹੜਾ ਆਤਮਾ ਦੇ ਨਾਲ ਜੁੜ ਗਿਆ ਉਹ ਜੂਨਾਂ 'ਚ ਨਹੀਂ ਆਏਗਾ। ਆਹੀ ਗੇਮ ਪਾਈ ਹੋਈ ਹੈ ਮਾਲਕ ਨੇ। ਕੁਟੁੰਬ ਹਮਾਰਾ ਨਿਜ ਘਰ ਵਾਸੀ। ਔਰ ਇਹ ਕੁਟੁੰਬ ਜਿਹੜਾ ਹੈਗਾ ਸਾਰਾ ਦਾ ਸਾਰਾ ਉਹ ਇਨਸਾਨ ਜਿਹੜਾ ਹੈਗਾ, ਜਿਹੜਾ ਵਿਚਾਰ ਮੰਡਲ ਕ੍ਰਾਸ ਕਰ ਗਿਆ, ਉਹਦਾ ਸਾਰਾ ਦਾ ਸਾਰਾ ਕੁਟੁੰਬ ਜਿਹੜਾ ਹੈਗਾ ਉਹ ਨਿਜ ਘਰ ਵਾਸੀ ਦਾ ਹੈ। ਨਿਜ ਘਰ ਮਤਲਬ ਉਹ ਉੱਤੇ ਕੋਈ ਵਿਚਾਰ ਨਹੀਂ ਹੈਗੇ, ਉਹ ਜਿਹੜਾ ਹੈਗਾ ਉਹ ਸੁੰਨ ਦੇ ਵਿੱਚ ਸਮਾਣਾ ਸਿੱਖ ਗਿਆ ਉਹ ਇਨਸਾਨ ਜਿਹੜਾ ਹੈਗਾ। ਔਰ ਉਹਦੇ ਸਾਰਾ ਦਾ ਸਾਰਾ ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਹੋਰ ਆਪਣੇ ਸਰੀਰ ਦੇ ਵਿੱਚ ਕਿੰਨੇ ਸੈੱਲ ਹੈਗੇ ਆ, ਔਰ ਸਾਰੀ ਜਿਹੜੀ ਹੈਗੇ ਆ, ਇਹ ਸਾਰਾ ਦਾ ਸਾਰਾ ਆਪਣਾ ਕੁਨਬਾ ਹੈਗਾ, ਪੂਰਾ ਦਾ ਪੂਰਾ ਕੁਟੁੰਬ ਹੈ। ਆਪਣੇ ਪਤਾ ਨਹੀਂ ਕਰੋੜਾਂ ਹੀ ਸੈੱਲ ਹੋਣੇ, ਕਰੋੜਾਂ ਹੀ ਜੀਵਿਤ ਲਾਈਵ ਸੈੱਲ ਹੈਗੇ ਆਪਣੇ ਅੰਦਰ। ਇਹ ਸਾਰਾ ਦਾ ਸਾਰਾ ਕੁਟੁੰਬ ਹੈਗਾ। ਕੁਟੁੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭੈ ਸੁਹੇਲੇ। ਜਦ ਕਹਿੰਦੇ ਆ ਜਿਉ ਆਤਮਾ ਤਲ ਦੇ ਵਿੱਚ ਚਲਾ ਗਿਆ, ਸੁਰਤ ਆਤਮਾ ਦੇ ਵਿੱਚ ਚਲੀ ਗਈ, ਕਹਿੰਦੇ ਸਾਰੇ ਦੇ ਸਾਰੇ ਸੁਖੀ ਹੋ ਗਏ, ਸਾਰੇ ਦੇ ਸਾਰੇ ਸੁਖੀ ਹੋ ਗਏ। ਜਿੰਨੇ ਵੀ ਆਪਣੇ ਨਾਲ ਜਿਹੜੇ ਆ ਸੈੱਲ ਜਾਂ ਲਾਈਵ ਹੈਗੇ, ਕਹਿੰਦੇ ਸਾਰੇ ਦੇ ਸਾਰੇ ਸੁਖੀ ਹੋ ਗਏ, ਕਿਉਂਕਿ ਜਿਉ ਜਿਹੜਾ ਹੈਗਾ ਆਤਮ ਤਲ ਤੇ ਚਲਾ ਗਿਆ। ਹਮ ਸੁਖ ਪਾਇਆ ਤਾਂ ਸਭੈ ਸੁਹੇਲੇ, ਗੁਰੇ ਪੂਰੇ ਪਿਤਾ ਸੰਗ ਮੇਲੇ ਰਹਾਓ। ਪੂਰੇ ਗੁਰੂ ਨੇ ਆਤਮਾ ਦੇ ਨਾਲ ਮਿਲਾਇਆ, ਔਰ ਆਤਮਾ ਦੇ ਨਾਲ ਮਿਲਿਆ ਤਾਂ ਪਰਮਾਤਮਾ ਦੇ ਨਾਲ ਮਿਲ ਗਿਆ। ਪਿਤਾ ਆਪਣਾ ਬਾਪ ਜਿਹੜਾ ਚਿਰੰਜੀਵੀ। ਮੰਦਰ ਮੇਰੇ ਸਭ ਤੇ ਉੱਚੇ। ਹੁਣ ਜਿਹੜਾ ਹੈਗਾ ਉਹਦਾ ਟਿਕਾਣਾ ਕਿੱਥੇ ਹੋ ਗਿਆ? ਉਹਦੇ ਮੰਦਰ ਕਿਹੜੇ ਹੋ ਗਏ? ਕਹਿੰਦੇ ਸਾਰਿਆਂ ਤੋਂ ਉੱਚੇ ਹੋ ਗਏ ਉਹਦੇ ਮੰਦਰ। ਮੰਦਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤ ਅਪੂਛੇ। ਕਹਿੰਦੇ ਐਸੇ ਦੇਸ਼ 'ਚ ਚਲਾ ਗਿਆ, ਕਹਿੰਦੇ ਉੱਥੇ ਕੋਈ ਜਿਹੜਾ ਨਾ ਤਾਂ ਧਰਮਰਾਜ ਆ, ਨਾ ਕੋਈ ਲੇਖਾ ਜੋਖਾ ਪੁੱਛਣ ਵਾਲਾ ਕੋਈ ਹੈਗਾ। ਦੇਸ਼ ਮੇਰੇ ਬੇਅੰਤ, ਐਸੇ ਉਸ ਮਾਲਕ ਪਰਮਾਤਮਾ ਬੇਅੰਤਾ ਦੇ ਦੇਸ਼ 'ਚ ਚਲਾ ਗਿਆ। ਉੱਥੇ ਕਹਿੰਦਾ ਕੋਈ ਪੁੱਛਦਾ ਹੀ ਨਹੀਂ ਹੈਗਾ, ਕੋਈ ਲੇਖਾ ਹੀ ਨਹੀਂ ਪੁੱਛਦਾ। ਰਾਜ ਹਮਾਰਾ ਸਦ ਹੀ ਨਿਹਚਲ। ਔਰ ਆਹ ਰਾਜ ਮਿਲ ਗਿਆ ਭਾਈ, ਹਮੇਸ਼ਾ ਨਿਹਚਲ ਰਾਜ ਆ, ਹਮੇਸ਼ਾ। ਕਦੀ ਵੀ ਹੁਣ ਆਤਮਾ ਕਦੀ ਮਰਦੀ ਨਹੀਂ ਹੈ ਭਾਈ। ਜਿਹੜਾ ਆਤਮਾ 'ਚ ਪਹੁੰਚ ਗਿਆ ਉਹ ਕਦੀ ਮਰਦਾ ਨਹੀਂ ਹੈ, ਉਹ ਜਨਮ ਮਰਨ ਦੇ ਗੇੜੇ 'ਚੋਂ ਬਾਹਰ ਆ ਗਿਆ। ਮਾਲ ਹਮਾਰਾ ਅਖੂਟ ਅਬੇਚਲ। ਤੇ ਆਪਣਾ ਮਾਲ ਕੀ ਹੈ? ਆਪਣਾ ਮਾਲ ਹੈ ਨਾਮ ਧਨ। ਇਹ ਨਾਮ ਧਨ ਕਹਿੰਦੇ ਆ ਅਖੁੱਟ ਹੈਗਾ, ਇਹ ਕਦੀ ਖੁੱਟਦਾ ਨਹੀਂ ਹੈ, ਔਰ ਅਬੇਚਲ ਚੱਲਦਾ ਨਹੀਂ ਹੈ। ਇਹ ਹਮੇਸ਼ਾ ਭਰਪੂਰ ਰਹਿੰਦਾ ਹੈ। ਸ਼ੋਭਾ ਮੇਰੀ ਸਭ ਯੁੱਗ ਅੰਤਰ। ਕਿਉਂ? ਕਿਉਂਕਿ ਇਨਸਾਨ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰੇ ਯੁੱਗਾਂ ਦੇ ਵਿੱਚ ਹੈਗਾ। ਤੇ ਜੀਓ ਜਿਹੜਾ ਹੈਗਾ ਜਿਹਨੇ ਯਾਤਰਾ ਕਰ ਲਈ, ਜਿਹਨੇ ਆਤਮਾ ਦੀ ਯਾਤਰਾ ਆਤਮਾ ਤੱਕ ਪਹੁੰਚ ਗਿਆ, ਕਹਿੰਦੇ ਉਹ ਵੀ ਸਾਰੇ ਯੁੱਗ ਉਹ ਉਸ ਪਰਮਾਤਮਾ ਦੇ ਨਾਲ ਜੁੜ ਗਿਆ।
ਤੇ ਉਹ ਵੀ ਜਿਹੜਾ ਹੈਗਾ ਸੋਭਾ ਮੇਰੀ ਸਭ ਯੁਗ ਅੰਤਰ, ਉਹਦੀ ਸੋਭਾ ਜਿਹੜੀ ਹੈ ਪਰਮਾਤਮਾ ਦੀ ਸੋਭਾ ਸਾਰੇ ਯੁਗਾਂ 'ਚ ਹੈ, ਉਹ ਵੀ ਪਰਮਾਤਮਾ ਦਾ ਅੰਸ਼ ਹੋ ਗਿਆ। ਜਿਹੜੇ ਵੀ ਬ੍ਰਹਮ ਗਿਆਨੀ ਹੁੰਦੇ ਆ, ਜਿਹੜੇ ਵੀ ਗੁਰੂ ਹੁੰਦੇ ਆ, ਜਿਹੜੇ ਵੀ ਸਤਿਗੁਰੂ ਹੁੰਦੇ ਆ, ਉਹਨਾਂ ਦੀ ਸੋਭਾ ਹਮੇਸ਼ਾ ਹੀ ਰਹਿੰਦੀ। ਬਾਜ ਹਮਾਰੀ ਥਾਨ ਥਨੰਤਰ, ਬਾਜ ਕਹਿੰਦੇ ਆ ਵੀ ਸਾਡੀ ਜਿਹੜੀ ਹੈਗੀ ਆ ਐਕਸੈਸ, ਉਹਨਾਂ ਦੀ ਐਕਸੈਸ ਜਿਹੜੀ ਹੈਗੀ ਕਿੱਥੇ ਤੱਕ ਹੈ ਉਹਨਾਂ ਦੀ ਐਕਸੈਸ, ਕਹਿੰਦੇ ਉਹਨਾਂ ਦੀ ਤਾਂ ਹਰ ਜਗ੍ਹਾ 'ਤੇ ਐਕਸੈਸ ਹੈ, ਕਿਉਂਕਿ ਉਸ ਮਾਲਕ ਪਰਮਾਤਮਾ ਦੀ ਐਕਸੈਸ ਹਰ ਜਗ੍ਹਾ 'ਤੇ ਹੈਗੀ ਹੈ। ਹਾਂਜੀ, ਪਹੁੰਚ, ਵਾਹ ਜੀ ਵਾਹ, ਬਹੁਤ ਵਧੀਆ। ਉਹਨਾਂ ਦੀ ਪਹੁੰਚ ਕਹਿੰਦੇ ਆ ਥਾਨ ਥਨੰਤਰ, ਹਰ ਜਗ੍ਹਾ 'ਤੇ ਹੈਗੀ, ਕਿਉਂਕਿ ਉਸ ਮਾਲਕ ਦਾ ਅੰਸ਼, ਮਾਲਕ ਦੇ ਨਾਲ ਜੁੜ ਗਏ ਹੋ। ਕੀਰਤ ਹਮਰੀ ਘਰ ਘਰ ਹੋਈ, ਦੇਖੋ ਘਰ ਘਰ 'ਚ ਕੌਣ ਹੁੰਦਾ ਹੈ? ਘਰ ਘਰ 'ਚ ਉਹ ਪਰਮਾਤਮਾ ਹੁੰਦਾ ਹੈ। ਜਦੋਂ ਪਰਮਾਤਮਾ ਦਾ ਅੰਸ਼ ਹੋ ਗਏ ਤੇ ਉਹਦੀ ਕੀਰਤ ਤਾਂ ਘਰ ਘਰ 'ਚ ਹੋ ਹੀ ਰਹੀ ਹੈ, ਮਾਲਕ ਪਰਮਾਤਮਾ ਦੀ। ਭਗਤ ਹਮਾਰੀ ਸਭ ਨੀ ਲੋਈ, ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਭਗਤੀ ਕਰਦੇ ਆ ਤੇ ਉਹ ਪਰਮਾਤਮਾ ਸਾਰੀਆਂ ਲੋਆਂ ਦੇ ਵਿੱਚ ਹੈ, ਹਰੇਕ ਜਗ੍ਹਾ 'ਤੇ, ਹਰੇਕ ਲੋਕ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ। ਆਖਰੀ ਬੰਦ, ਪਿਤਾ ਹਮਾਰੇ ਪ੍ਰਗਟੇ ਮਾਝ, ਕਹਿੰਦੇ ਹੋਇਆ ਕੀ ਹੈ? ਕਹਿੰਦੇ ਮੇਰੇ ਅੰਦਰ ਮੇਰਾ ਪਿਓ ਪ੍ਰਗਟ ਹੋ ਗਿਆ, ਮੇਰੀ ਆਤਮਾ ਪ੍ਰਗਟ ਹੋ ਗਈ ਮੇਰੇ ਅੰਦਰ। ਪਿਤਾ ਹਮਾਰੇ ਪ੍ਰਗਟੇ ਮਾਝ ਮਤਲਬ ਮੇਰੇ ਅੰਦਰ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਜੋਤ ਪ੍ਰਗਟ ਹੋ ਗਈ। ਪਿਤਾ ਪੂਤ ਰਲ ਕੀਨੀ ਸਾਂਝ, ਅਵਤਾਰ ਕੌਰ ਜੀ ਆ ਦੇਖੋ, ਹੁਣ ਛੋਟੀ ਆਤਮਾ ਤੇ ਵੱਡੀ ਆਤਮਾ ਦੋਨੋਂ, ਪੁੱਤਰ ਤੇ ਪਿਤਾ, ਕਹਿੰਦੇ ਰਲ ਕੇ ਸਾਂਝ ਕਰ ਲਈ ਹੁਣ ਦੋਨਾਂ ਨੇ, ਦੋਨੋਂ ਆਪਸ ਦੇ ਵਿੱਚ ਇੱਕ ਹੋ ਗਏ। ਪਿਓ ਔਰ ਬੱਚਾ ਜਿਹੜਾ ਹੈਗਾ, ਦੋਨੋਂ, ਬੱਚਾ ਪਿਓ ਦੀ ਗੋਦੀ ਚੜ੍ਹ ਗਿਆ ਹੁਣ। ਪਿਤਾ ਪੂਤ ਰਲ ਕੀਨੀ ਸਾਂਝ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੁੱਤ ਏਕੈ ਰੰਗ ਲੀਨੇ। ਕਹਿੰਦੇ ਜਦ ਪਿਓ ਜਿਹੜਾ ਹੈਗਾ ਪਤੀਜ ਗਿਆ, ਪਿਓ ਜਿਹੜਾ ਹੈਗਾ ਖੁਸ਼ ਹੋ ਗਿਆ ਜੀਵ ਦੇ ਉੱਤੇ, ਤੇ ਦੋਨੋਂ ਕਹਿੰਦੇ ਇੱਕੋ ਹੀ ਹੋ ਗਏ ਪਾਏ, ਇਹਨਾਂ ਦੀ ਇੱਕ ਮਿਕ ਹੋ ਗਏ ਹੁਣ ਦੋਨੋਂ ਦੇ ਦੋਨੋਂ। ਪਿਤਾ ਪੁੱਤ ਏਕੈ ਰੰਗ ਲੀਨੇ, ਇੱਕ ਰੰਗ ਦੇ ਵਿੱਚ ਰੰਗੇ ਗਏ। ਕਹਿੰਦੇ ਪਤਾ ਹੀ ਪਿਓ ਔਰ ਬੇਟਾ ਜਿਹੜਾ ਹੈਗਾ, ਇਹ ਦੋਨੋਂ ਦੇ ਦੋਨੋਂ ਜਿਹੜੇ ਇੱਕੋ ਹੀ, ਹਰ ਟਾਈਮ ਜਿਹੜੇ ਇਕੱਠੇ ਹੀ ਰਹਿੰਦੇ ਆ ਹਮੇਸ਼ਾ, ਇਹ ਕਹਿੰਦੇ ਇੱਕੋ ਰੰਗ ਲੀਨੇ। ਇਸ ਤੋਂ ਅੱਗੇ ਪੈਰੋ ਮਹੱਲਾ ਪੰਜਵਾਂ, ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ। ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਇਹ ਤਾਂ ਦੇਖੋ ਸਤਿਗੁਰੂ ਵੀ ਲਿਖਿਆ ਔਰ ਪ੍ਰਭ ਵੀ ਲਿਖਿਆ ਔਰ ਦਾਤਾ ਵੀ ਲਿਖਿਆ, ਨਿਰਵੈਰ ਪੁਰਖ ਲਿਖਿਆ ਹੋਇਆ। ਨਿਰਵੈਰ ਪੁਰਖ ਸਤਿਗੁਰ, ਔਰ ਪੁਰਖ ਨੂੰ ਖੱਖੇ ਨੂੰ ਔਂਕੜ ਨਹੀਂ ਹੈਗਾ। ਕਹਿੰਦੇ ਸਤਿਗੁਰੂ ਔਰ ਪਰਮਾਤਮਾ ਜਿਹੜੇ ਹੈਗੇ, ਦੋਨੋਂ ਦੇ ਦੋਨੋਂ ਇੱਕ ਮਿਕ ਹੀ ਹੈਗੇ। ਪਿਤਾ ਪੁੱਤ ਜਦ ਇਕੱਠੇ ਰਲ ਗਏ, ਆਤਮਾ ਪਰਮਾਤਮਾ ਇੱਕ ਹੈ। ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸ਼ਾਤੇ। ਕਹਿੰਦੇ ਅਸੀਂ ਤਾਂ ਅਪਰਾਧ ਕਰਨ ਵਾਲੇ ਹਾਂ, ਅਸੀਂ ਤਾਂ ਜਿਹੜੇ ਹੈਗੇ ਅਵਗੁਣ ਕਰਨ ਵਾਲੇ ਹਾਂ ਮਾਲਕਾ, ਤੇ ਤੂੰ ਜਿਹੜਾ ਬਖਸ਼ਣ ਵਾਲਾ ਹੈ। ਅਸੀਂ ਅਵਗੁਣ ਕਰਨ ਵਾਲੇ ਹਾਂ, ਉਹ ਮਾਲਕ ਜਿਹੜਾ ਹੈਗਾ ਬਖਸ਼ਣ ਵਾਲਾ ਹੈਗਾ। ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਕਹਿੰਦੇ ਜਿਹੜਾ ਵੀ ਪਾਪੀ ਹੈਗਾ, ਕੋਈ ਢੋਈ ਨਹੀਂ, ਉਹਨੂੰ ਜਗ੍ਹਾ ਕਿਤੇ ਵੀ ਕੋਈ ਉਹਨੂੰ ਰੱਖਦਾ ਨਹੀਂ ਹੈਗਾ, ਉਹਦੀ ਕੋਈ ਪ੍ਰੋਬਲਮ ਜਿਹੜੀ ਸਾਲਵ ਨਹੀਂ ਕਰਦਾ। ਕਹਿੰਦੇ ਜੇ ਉਹ ਕਿਤੇ ਸ਼ਰਨ ਦੇ ਵਿੱਚ ਆ ਜਾਏ, ਪਰਮਾਤਮਾ ਦੇ ਕੋਲ ਢੈਪ ਹੈ ਵੀ ਮਾਲਕਾ ਮੈਨੂੰ ਜਿਹੜਾ ਹੈਗਾ ਰੱਖ, ਮੈਂ ਜਿਹੜਾ ਹੈਗਾ ਇਹ ਅਵਗੁਣ ਆ, ਮੈਂ ਇਹਨਾਂ ਚੋਂ ਨਹੀਂ ਨਿਕਲ ਸਕਦਾ, ਮੈਨੂੰ ਮੇਰੀ ਮਦਦ ਕਰ। ਕਹਿੰਦੇ ਇਹਦੀ ਸ਼ਰਨ ਦੇ ਵਿੱਚ ਆਉਣਾ, ਫਿਰ ਮਾਲਕ ਪਰਮਾਤਮਾ ਆਪਣੇ ਆਪ ਉਹਨੂੰ ਬ੍ਰਹਮ ਗਿਆਨੀ ਗੁਰੂ ਮਿਲਾਏਗਾ, ਔਰ ਜਿਹੜਾ ਹੈਗਾ ਉਹ ਨਿਰਮਲ ਹੋ ਜਾਏਗਾ। ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਸੁਖ ਪਾਇਆ ਸਤਿਗੁਰੂ ਮਨਾਏ, ਸੁਖ ਮਿਲ ਗਿਆ। ਸਤਿਗੁਰੂ ਮਨਾਉਣਾ, ਸਤਿਗੁਰੂ ਨੂੰ ਮਨਾਉਣਾ ਕੀ ਹੈ ਬਈ ਆਹ ਬਾਣੀ ਜਿਹੜੀ ਹੈਗੀ, ਆਹ ਸਤਿਗੁਰੂ ਦੀ ਮੱਤ ਹੈਗੀ ਆ, ਇਹਦੇ ਅਨੁਸਾਰ ਆਪਾਂ ਚੱਲਣਾ ਸ਼ੁਰੂ ਕਰ ਦਈਏ ਤੇ ਸਤਿਗੁਰੂ ਨੂੰ ਮਨਾਉਣਾ ਹੋ ਗਿਆ। ਸਤਿਗੁਰੂ ਮੰਨਿਆ ਮਨਾਇਆ ਹੀ ਹੈ। ਜੇ ਸਤਿਗੁਰੂ ਦਾ ਕਿ ਆਹ ਬਾਣੀ ਹੈਗੀ ਆ, ਗੁਰੂ ਦਾ ਹਿਰਦਾ ਹੈਗੀ ਆ ਪਾਏ, ਇਹ ਜਾਗਤ ਜੋਤ ਕਹਿੰਦੇ ਆ ਇਹਨੂੰ, ਇਹਦੇ ਅਨੁਸਾਰ ਚੱਲ ਪਏ ਆਪਾਂ ਤੇ ਇਹ ਤਾਂ ਮੰਨੀ ਮਨਾਈ ਹੈ। ਔਰ ਸਤਿਗੁਰੂ ਮੰਨਿਆ ਮਨਾਇਆ ਤੇ ਪਰਮਾਤਮਾ ਖੁਸ਼ ਹੈ। ਸੁਖ ਪਾਇਆ ਸਤਿਗੁਰੂ ਮਨਾਏ, ਸਭ ਫਲ ਪਾਏ ਗੁਰੂ ਧਿਆਏ। ਸਾਰੇ ਦੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਆ ਜੇ ਆਪਾਂ ਧਿਆਨ ਸਿਮਰਨ ਕਰੀਏ, ਗੁਰੂ ਦੇ ਅਨੁਸਾਰ ਧਿਆਨ ਸਿਮਰਨ ਕਰੀਏ। ਰਹਾਓ ਪਾਰ ਬ੍ਰਹਮ ਸਤਿਗੁਰ ਆਦੇਸ਼,
ਹੁਣ ਦੇਖੋ ਪਾਰ ਬ੍ਰਹਮ ਵੀ ਲਿਖਿਆ, ਸਤਿਗੁਰੂ ਵੀ ਲਿਖਿਆ, ਬਾਰ-ਬਾਰ ਦੇਖੋ ਦੋਨੋਂ ਇਕੱਠੇ ਵਰਡ ਆ ਰਹੇ ਹੈ। ਪਾਰ ਬ੍ਰਹਮ ਸਤਿਗੁਰ ਆਦੇਸ਼, ਆਦੇਸ਼ ਦਾ ਮਤਲਬ ਹੁੰਦਾ ਹੈ ਨਮਸਕਾਰ। ਕਹਿੰਦੇ ਮੇਰੀ ਪਾਰ ਬ੍ਰਹਮ ਨੂੰ, ਸਤਿਗੁਰੂ ਨੂੰ ਨਮਸਕਾਰ ਹੈ। ਅੱਗੇ ਭੇਤ ਖੋਲਣਗੇ ਵੀ ਇਹ ਸਤਿਗੁਰੂ ਤੇ ਪਾਰ ਬ੍ਰਹਮ ਹੈ ਕੌਣ। ਪਾਰ ਬ੍ਰਹਮ ਸਤਿਗੁਰ ਆਦੇਸ਼, ਮਨ ਤਨ ਤੇਰਾ ਸਭ ਤੇਰਾ ਦੇਸ਼। ਕਹਿੰਦੇ ਆ ਮਨ ਵੀ ਤੇਰਾ ਹੈਗਾ ਤੇ ਤਨ ਵੀ ਤੇਰਾ ਹੈਗਾ, ਔਰ ਇਹ ਸਾਰਾ ਦੇਸ਼ ਜਿਹੜਾ ਹੈਗਾ ਇਹ ਸਾਰਾ ਦਾ ਸਾਰਾ ਤੇਰਾ ਹੀ ਹੈਗਾ। ਇਹ ਕਿਹਦਾ ਹੈ? ਉਸ ਪਰਮਾਤਮਾ ਦਾ ਹੈਗਾ। ਇਹਦਾ ਮਤਲਬ ਪਰਮਾਤਮਾ ਔਰ ਸਤਿਗੁਰੂ ਜਿਹੜੇ ਹੈਗੇ ਉਹ ਦੋ ਨਹੀਂ ਹੈ। ਉਹਨਾਂ 'ਚ ਉਹ ਸਤਿਗੁਰੂ ਜਿਹੜੇ ਬ੍ਰਹਮ ਗਿਆਨੀ ਜਿਹੜੇ ਹੈਗੇ, ਜਦ ਜੋਤ ਪਰਮਾਤਮਾ ਦੇ ਵਿੱਚ ਲੀਨ ਹੁੰਦੀ ਆ, ਆਤਮ ਤਲ ਤੇ ਜਿਹੜਾ ਪਹੁੰਚ ਗਿਆ ਤੇ ਪਰਮਾਤਮਾ, ਉਹ ਦੋਨੋਂ ਦੇ ਦੋਨੋਂ ਇੱਕ ਹੋ ਜਾਂਦੇ। ਮਨ ਤਨ ਤੇਰਾ ਸਭ ਤੇਰਾ ਦੇਸ਼, ਚੂਕਾ ਪੜਦਾ ਤਾਂ ਨਦਰੀ ਆਇਆ, ਖਸਮ ਤੂੰ ਹੈ ਸਭਨਾ ਕੇ ਰਾਇਆ। ਜਦ ਪੜਦਾ ਚੁੱਕ ਗਿਆ ਤੇ ਮੈਨੂੰ ਪਤਾ ਲੱਗਿਆ ਵੀ ਮਾਲਕਾ ਤੂੰ ਤਾਂ ਸਾਰਿਆਂ ਦਾ ਮਾਲਕ ਤੂੰ ਹੀ ਹੈਗਾ ਹੈ, ਤੂੰ ਹੀ ਇਕੱਲਾ ਹੀ ਸਾਰਿਆਂ ਦਾ ਮਾਲਕ ਹੈਗਾ ਹੈ। ਤਿਸ ਭਾਣਾ ਸੂਕੇ ਕਾਸ਼ਟ ਹਰਿਆ, ਉਸ ਮਾਲਕ ਪਰਮਾਤਮਾ ਨੂੰ ਪਾਏ ਨਾ ਤੇ ਕੋਈ ਵੀ ਇਨਸਾਨ ਕਿੰਨਾ ਮਰਜ਼ੀ ਔਗਣ ਭਰਿਆ ਹੋਏ, ਸੁੱਕਿਆ ਹੋਇਆ ਹੋਏ, ਪੂਰਾ ਲੱਕੜ ਵਾਂਗੂ ਸੁੱਕਿਆ ਹੋਏ, ਹਰਾ ਭਰਾ ਹੋ ਜਾਏਗਾ ਪਾਏ। ਉਹ ਭਗਤੀ ਕਰਨੀ ਸ਼ੁਰੂ ਕਰ ਦੇ, ਮਾਲਕ ਦੇ ਢਹਿ ਜੇ ਮਾਲਕ ਦੇ ਦਰ ਤੇ, ਹਰਾ ਭਰਾ ਹੋ ਜਾਏਗਾ। ਤਿਸ ਭਾਣਾ ਤਾਂ ਥਲ ਸਿਰ ਸਰਿਆ, ਉਸ ਮਾਲਕ ਨੂੰ ਜੇ ਭਾ ਜਾਏ ਤੇ ਕਹਿੰਦੇ ਆ ਜਿਹੜਾ ਥਲ ਹੈਗਾ, ਜ਼ਮੀਨ ਹੈਗੀ, ਉਹਦੇ ਵਿੱਚ ਸਰੋਵਰ ਪੈਦਾ ਹੋ ਜਾਏਗਾ, ਉਹਦੇ ਵਿੱਚ ਅੰਮ੍ਰਿਤਸਰ ਪੈਦਾ ਹੋ ਜਾਏਗਾ ਇਸ ਸਰੀਰ ਦੇ ਅੰਦਰ। ਤਿਸ ਭਾਣਾ ਤਾਂ ਸਭ ਫਲ ਪਾਏ, ਚਿੰਤ ਗਈ ਲਗ ਸਤਿਗੁਰ ਪਾਏ। ਕਹਿੰਦੇ ਉਹਦੇ ਮਾਲਕ ਨੂੰ ਭਾ ਗਿਆ। ਮਾਲਕ ਨੂੰ ਕਿਵੇਂ ਪਾਉਂਦਾ ਇਨਸਾਨ? ਜਦ ਭਗਤੀ ਕਰਦਾ ਹੈ, ਜਦ ਮਾਲਕ ਨੂੰ ਯਾਦ ਕਰਦਾ ਹੈ, ਜਦ ਮਾਲਕ ਦੇ ਨਾਲ ਜਿਹੜਾ ਹੈਗਾ ਮਾਲਕ ਨੂੰ ਪਸੰਦ ਕਰਦਾ ਇਨਸਾਨ, ਆਤਮਾ ਤਲ ਤੇ ਆਤਮਾ ਦੇ ਨਾਲ ਰਹਿਣਾ ਪਸੰਦ ਕਰਦਾ ਤੇ ਉਹਨੂੰ ਪਾ ਜਾਂਦਾ। ਤਿਸ ਭਾਣਾ ਤਾਂ ਸਭ ਫਲ ਪਾਏ, ਚਿੰਤ ਗਈ ਲਗ ਸਤਿਗੁਰ ਪਾਏ। ਸਾਰੀ ਦੀ ਸਾਰੀ ਚਿੰਤਾ ਦੂਰ ਹੋ ਜਾਂਦੀ ਆ। ਸਤਿਗੁਰੂ ਦੇ ਪੈਰ ਕੀ ਹੈਗੇ? ਸਤਿਗੁਰੂ ਦੇ ਪੈਰ ਹੈਗੇ ਉਹ ਸ਼ਬਦ ਰੂਪੀ, ਧਿਆਨ ਰੂਪੀ। ਜਦ ਆਪਾਂ ਧਿਆਨ ਕਰਦੇ ਹਾਂ, ਵਿਚਾਰ ਬੰਦ ਕਰਦੇ ਹਾਂ ਤੇ ਆਪਾਂ ਨੇ ਸਤਿਗੁਰੂ ਦੇ ਪੈਰ ਫੜ ਲਏ। ਹਰਾਮ ਖੋਰ ਨਿਰਗੁਣ ਕੋ ਤੂਠਾ, ਦੇਖ ਲਓ ਹਰਾਮ ਖੋਰ ਲਿਖਿਆ ਹੋਇਆ, ਜਿਹੜਾ ਖਾ ਕੇ ਜਿਹੜਾ ਹੈਗਾ ਨਹੀਂ ਬਚਾਉਂਦਾ। ਆਪਾਂ ਸਾਰਾ ਕੁਝ ਖਾ ਰਹੇ ਹਾਂ, ਮਾਲਕ ਦੀ ਹਵਾ ਯੂਜ਼ ਕਰ ਰਹੇ ਹਾਂ, ਮਾਲਕ ਦਾ ਜਿਹੜਾ ਹੈਗਾ ਖਾਣਾ ਖਾ ਰਹੇ ਹਾਂ, ਮਾਲਕ ਦੇ ਸਾਰੇ ਜਿਹੜੇ ਆ ਪਦਾਰਥ, ਦੁਨੀਆ ਦੇ ਸਵਾਦ ਪਦਾਰਥ ਲਈ ਜਾ ਰਹੇ, ਦੇਖ ਰਹੇ, ਸਾਰਾ ਕੁਝ ਯੂਜ਼ ਕਰ ਰਹੇ ਹਾਂ, ਔਰ ਲੇਕਿਨ ਜਿਹੜਾ ਹੈਗਾ ਉਹਨੂੰ ਯਾਦ ਹੀ ਨਹੀਂ ਕਰ ਰਹੇ, ਆਪਾਂ ਨੂੰ ਕੋਈ ਜਿਹੜਾ 100-500 ਦਾ ਫਾਇਦਾ ਕਰਦੇ ਤੇ ਆਪਾਂ ਕਿੰਨਾ ਉਹਨੂੰ ਪੁਕਾਰਦੇ, ਕਿੰਨਾ ਯਾਦ ਕਰਦੇ ਹਾਂ, ਔਰ ਉਹ ਮਾਲਕ ਪਰਮਾਤਮਾ ਇੰਨਾ ਕੁਝ ਦੇ ਰਿਹਾ, ਕਦੀ ਵੀ ਉਹਨੂੰ ਯਾਦ ਨਹੀਂ ਕਰਦੇ ਆਪਾਂ। ਦੇਖ ਲਓ ਆਹ ਹਰਾਮਖੋਰੀ ਹੈ, ਇਹਨੂੰ ਕਹਿੰਦੇ ਹਰਾਮਖੋਰ ਨਿਰਗੁਣ ਹੈ, ਆਪਾਂ ਕੋਈ ਗੁਣ ਹੀ ਨਹੀਂ ਹੈ। ਹਰਾਮਖੋਰ ਨਿਰਗੁਣ ਕੋ ਤੂਠਾ ਮਤਲਬ ਖੁਸ਼ ਹੋ ਗਿਆ, ਟੁੱਟ ਗਿਆ ਉਸ ਤੇ। ਕਿਵੇਂ? ਉਹ ਹਰਾਮਖੋਰ ਸ਼ਰਨ ਦੇ ਵਿੱਚ ਚਲਾ ਗਿਆ, ਤਾਂ ਟੁੱਟ ਗਿਆ ਵੀ ਬਾਪੂ ਮੈਂ ਤੇਰਾ ਹੈਗਾ ਆ, ਲਿਬੜੇ ਤਿਬੜੇ ਜਿਹੜੇ ਗੰਦਾ ਮੰਦਾ ਹੈਗਾ, ਮੈਨੂੰ ਚੁੱਕ, ਬਸ ਆਇਆ ਉਹਦੀ ਸ਼ਰਨ ਦੇ ਵਿੱਚ ਜਾਣਾ ਵੀ ਮੈਂ ਨਹੀਂ ਸਾਫ਼ ਹੋ ਸਕਦਾ, ਮੈਨੂੰ ਤੇਰੀ ਮਦਦ ਦੀ ਲੋੜ ਆ। ਹਰਾਮਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨੇ ਅੰਮ੍ਰਿਤ ਵੂਠਾ। ਮਨ ਵੀ ਸ਼ੀਤਲ ਹੋ ਗਿਆ, ਤਨ ਵੀ ਸ਼ੀਤਲ ਹੋ ਗਿਆ, ਠੰਡਾ ਠਾਰ ਹੋ ਗਿਆ, ਔਰ ਮਨ ਦੇ ਵਿੱਚ ਅੰਮ੍ਰਿਤ ਆ ਗਿਆ। ਆਹ ਦੇਖੋ, ਮਨ ਦੇ ਵਿੱਚ ਅੰਮ੍ਰਿਤ ਆ ਗਿਆ, ਉੱਠ ਗਿਆ ਅੰਮ੍ਰਿਤ। ਪਾਰ ਬ੍ਰਹਮ ਗੁਰ ਭਏ ਦਿਆਲਾ, ਨਾਨਕ ਦਾਸ ਦੇਖ ਪਏ ਨਿਹਾਲਾ। ਪਾਰ ਬ੍ਰਹਮ ਦਿਆਲ ਹੁੰਦਾ ਹੈ, ਗੁਰੂ ਦੇ ਰੂਪ ਦੇ, ਗੁਰੂ ਦਾ ਗਿਆਨ ਦਿੰਦਾ ਹੈ। ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਦਿਆਲ ਹੋ ਜਾਂਦਾ ਹੈ, ਔਰ ਨਾਨਕ ਦਾਸ ਦੇਖ ਪਏ ਨਿਹਾਲਾ। ਔਰ ਦਾਸ ਜਿਹੜੇ ਹੈ ਮਾਲਕ ਪਰਮਾਤਮਾ ਦੇ ਦਰਸ਼ਨ ਕਰਕੇ, ਆਤਮ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਆ। ਪੈਰੋ ਮਹੱਲਾ ਪੰਜਵਾਂ। ਸਤਿਗੁਰ ਮੇਰਾ ਬੇਮੁਹਤਾਜ। ਬ੍ਰਹਮ ਗਿਆਨੀ ਜਿਹੜੇ ਹੁੰਦੇ ਆ ਬੇਮੁਹਤਾਜ ਹੁੰਦੇ ਆ, ਉਹਨਾਂ ਨੂੰ ਕਿਸੇ ਦੀ ਜਿਹੜੀ ਹੈਗੀ ਉਹਨਾਂ ਨੂੰ ਮੁਹਤਾਜੀ ਨਹੀਂ ਹੁੰਦੀ। ਸਤਿਗੁਰ ਮੇਰਾ ਸੱਚਾ ਸਾਜ। ਸਤਿਗੁਰੂ ਜਿਹੜਾ ਹੈਗਾ ਉਹ ਸੱਚ ਦਾ ਸਾਜ ਕਰਦਾ ਹੈ, ਸੱਚ ਦੇ ਨਾਲ ਜਿਹੜਾ ਹੈਗਾ ਕਿਸੇ ਵੀ ਇਨਸਾਨ ਨੂੰ ਜਿਹੜਾ ਹੈਗਾ ਸੱਚ ਦੇ ਨਾਲ ਪਵਿੱਤਰ ਕਰ ਦਿੰਦਾ ਹੈ, ਸਜਾ ਦਿੰਦਾ ਹੈ। ਸਤਿਗੁਰ ਮੇਰਾ ਸਬਸ ਕਾ ਦਾਤਾ। ਸਤਿਗੁਰੂ ਜਿਹੜਾ ਹੈਗਾ
ਸਾਰੀਆਂ ਦਾਤਾਂ ਦੇਣ ਵਾਲਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਆ। ਸਤਿਗੁਰ ਮੇਰਾ ਪੁਰਖ ਵਿਧਾਤਾ। ਸਤਿਗੁਰੂ ਕੌਣ ਆ? ਮੇਰਾ ਪੁਰਖ ਵਿਧਾਤਾ ਹੈਗਾ। ਉਹ ਮਾਲਕ ਪਰਮਾਤਮਾ ਵਿਧੀ ਲਿਖਣ ਵਾਲਾ ਹੈਗਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਕਹਿੰਦੇ ਗੁਰੂ ਵਰਗਾ ਕੋਈ ਵੀ ਦੇਵਤਾ ਨਹੀਂ ਹੈਗਾ। ਪ੍ਰਕਾਸ਼ ਰੂਪ ਗੁਰੂ ਪ੍ਰਕਾਸ਼ ਰੂਪ ਆ। ਗੁਰੂ ਸਰੀਰ ਤਲ ਤੋਂ ਉੱਪਰ ਹੈਗਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਜਿਹਦੇ ਮੱਥੇ ਤੇ ਭਾਗ ਜਾਗੇ ਹੋਏ ਆ ਤੇ ਉਹ ਭਾਈ ਗੁਰੂ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ। ਰਹਾਓ ਸਤਿਗੁਰ ਮੇਰਾ ਸਰਬ ਪ੍ਰਤਪਾਲੈ। ਸਤਿਗੁਰੂ, ਹੁਣ ਦੇਖੋ ਸਤਿਗੁਰੂ ਸਾਰਿਆਂ ਨੂੰ ਪਾਲ ਰਿਹਾ, ਸਾਰਿਆਂ ਨੂੰ ਤਾਂ ਪਰਮਾਤਮਾ ਪਾਲ ਰਿਹਾ। ਫਿਰ ਇੱਥੇ ਤਾਂ ਸਤਿਗੁਰੂ ਲਿਖਿਆ ਹੋਇਆ। ਸਤਿਗੁਰ ਮੇਰਾ ਸਰਬ ਪ੍ਰਤਪਾਲੇ। ਆ ਭੇਤ ਕੀ ਹੈਗਾ ਵੀ ਸਤਿਗੁਰੂ ਕੌਣ ਆ ਤੇ ਪਰਮਾਤਮਾ ਕੌਣ ਆ? ਇਹਦਾ ਮਤਲਬ ਜਿਹੜਾ ਬ੍ਰਹਮ ਗਿਆਨੀ ਹੈਗੇ ਉਹ ਪਾਲਣਾ ਕਰਦੇ ਆ ਸਾਰਿਆਂ ਨੂੰ। ਬ੍ਰਹਮ ਗਿਆਨੀ ਜਿਹੜੇ ਹੈਗੇ ਆ ਉਹ ਮਾਲਕ ਦੇ ਨਾਲ ਇੱਕ ਮਿਕ ਹੋ ਜਾਂਦੇ ਆ। ਉਹ ਸਰੀਰਿਕ ਤਲ ਤੋਂ ਉੱਪਰ ਉੱਠ ਜਾਂਦੇ ਆ। ਉਹ ਜੋਤ ਪਰਮਾਤਮਾ ਦੀ ਜੋਤ ਦੇ ਵਿੱਚ ਹੁੰਦੀ ਹੈ। ਉਹਨਾਂ ਦੀ ਇੱਕ ਜੋਤ ਹੋ ਜਾਂਦੀ ਹੈ। ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜਿਵਾਲੇ। ਮਾਰ ਕੇ ਕੌਣ ਜਿੰਦਾ ਕਰਦਾ ਹੈ? ਉਹ ਮਾਲਕ ਪਰਮਾਤਮਾ ਜਿਹੜਾ ਹੈਗਾ। ਇਹ ਸਰੀਰ ਲੈ ਲੈਂਦਾ ਹੈ ਫਿਰ ਦੇ ਦਿੰਦਾ ਹੈ ਸਰੀਰ। ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈਂ। ਆ ਸਾਰੀ ਉਸ ਮਾਲਕ ਪਰਮਾਤਮਾ ਦੀ ਵਡਿਆਈ ਹੈ ਭਾਈ। ਉਹ ਇਨਸਾਨ ਜਿਹੜਾ ਹੈਗਾ ਉਹਦੀ ਸੋਭਾ ਹਰ ਜਗ੍ਹਾ 'ਤੇ ਖਿਲਰ ਜਾਂਦੀ ਹੈ। ਜਿਹੜੇ ਵੀ ਉਸ ਆਤਮ ਤਲ 'ਤੇ ਆਤਮ ਤਲ 'ਤੇ ਜਿਉਂਦੇ ਹੈਗੇ। ਸਤਿਗੁਰ ਮੇਰਾ ਤਾਣ ਨਿਤਾਣ। ਸਤਿਗੁਰੂ ਕੌਣ ਆ? ਨਿਤਾਣਿਆਂ ਨੂੰ ਤਾਣ ਦੇਣ ਵਾਲਾ ਆ। ਸਤਿਗੁਰ ਮੇਰਾ ਘਰੇ ਦੀਵਾਨ। ਸਤਿਗੁਰੂ ਕੌਣ ਆ? ਇਹ ਘਰ ਦੇ ਅੰਦਰ ਹੀ ਜਿਹੜਾ ਹੈਗਾ ਦੀਵਾਨ। ਉਹ ਮਾਲਕ ਪਰਮਾਤਮਾ ਦੀ ਕਚਹਿਰੀ ਜਿਹੜੀ ਹੈ ਘਰ ਦੇ ਅੰਦਰ, ਆਪਣੇ ਅੰਦਰ ਹੀ ਜਿਹੜਾ ਦਸਮ ਦੁਆਰ ਉਹ ਹੈਗਾ ਸਤਿਗੁਰੂ। ਸਤਿਗੁਰ ਕਹਿਓ ਬਲ ਬਲ ਜਾਇਆ, ਪ੍ਰਗਟ ਮਾਰਗ ਜਿਹਨੇ ਕਰ ਦਿਖਲਾਇਆ। ਕਹਿੰਦੇ ਮੈਂ ਤਾਂ ਬਲਿਹਾਰ ਹਾਂ ਬ੍ਰਹਮ ਗਿਆਨੀਆਂ ਤੋਂ, ਸਤਿਗੁਰੂ ਤੋਂ, ਜਿਹਨੇ ਮੈਨੂੰ ਇਹ ਰਸਤਾ ਪ੍ਰਗਟ ਕਰਕੇ ਦਿਖਾ ਦਿੱਤਾ, ਮੈਨੂੰ ਸਹੀ ਰਸਤਾ ਦਿਖਾ ਦਿੱਤਾ। ਜਿਨੇ ਗੁਰ ਸੇਵਿਆ ਤਿਸ ਭਉ ਨਾ ਵਿਆਪੈ। ਕਹਿੰਦੇ ਜਿਸਨੇ ਵੀ ਗੁਰੂ ਸੇਵਿਆ। ਗੁਰ ਸੇਵਿਆ ਕੀ ਹੈਗਾ? ਜਿਹਨੇ ਵੀ ਗੁਰੂ ਦੇ ਅਨੁਸਾਰ ਭਗਤੀ ਕੀਤੀ ਉਹਨੂੰ ਕਹਿੰਦੇ ਆ ਕੋਈ ਵੀ ਡਰ ਕੀ ਆ? ਮਾਇਆ। ਉਹਨੂੰ ਮਾਇਆ ਜਿਹੜੀ ਹੈ ਪੋ ਨਹੀਂ ਸਕਦੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਹੈਗੇ ਨਹੀਂ ਪੋ ਸਕਦੇ ਜਿਹਨੇ ਧਿਆਨ ਸਿਮਰਨ ਕੀਤਾ। ਜਿਨੇ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨੇ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ। ਜਿਸਨੇ ਵੀ ਗੁਰੂ ਦੀ ਸੇਵਾ ਕੀਤੀ, ਗੁਰੂ ਸੇਵਿਆ ਮਤਲਬ ਜਿਹਨੇ ਵੀ ਭਗਤੀ ਕੀਤੀ, ਜਿਹਨੇ ਵੀ ਵਿਚਾਰ ਬੰਦ ਕੀਤੇ, ਕਹਿੰਦੇ ਉਹਨੂੰ ਦੁੱਖ ਨਹੀਂ ਸੰਤਾਪ ਸਕਦਾ। ਦੁੱਖ ਨਹੀਂ ਲੱਗੇਗਾ ਔਰ ਸੰਤਾਪੇਗਾ ਨਹੀਂ ਉਹ ਇਨਸਾਨ। ਹੁਣ ਆਖਰੀ ਦੇ ਵਿੱਚ ਕੀ ਕਹਿ ਰਹੇ ਮਹਾਰਾਜ? ਨਾਨਕ ਸੋਧੇ ਸਿਮਰਤ ਵੇਦ। ਕਹਿੰਦੇ ਮੈਂ ਸਾਰੇ ਸਿਮਰਤੀਆਂ ਵੇਦ, ਸਾਰੇ ਗਿਆਨ ਦੁਨੀਆ ਦੇ ਸੋਧ ਕੇ ਦੇਖ ਲਏ। ਕੀ ਮੈਂ ਸਿੱਟਾ ਕੱਢਿਆ? ਪਾਰ ਬ੍ਰਹਮ ਗੁਰ ਨਾਹੀ ਭੇਦ। ਆਇਆ ਭਾਈ। ਕਹਿੰਦੇ ਪਰਮੇਸ਼ਰ ਔਰ ਬ੍ਰਹਮ ਗਿਆਨੀਆਂ ਦੇ ਵਿੱਚ ਕੋਈ ਭੇਦ ਹੀ ਨਹੀਂ ਹੈ ਭਾਈ। ਉਹ ਬ੍ਰਹਮ ਗਿਆਨੀ ਜਿਹੜੇ ਹੈਗੇ ਉਹ ਉਸ ਮਾਲਕ ਪਰਮਾਤਮਾ ਦਾ ਹੀ ਰੂਪ ਹੈਗੇ ਆ। ਪਰਮਾਤਮਾ ਔਰ ਬ੍ਰਹਮ ਗਿਆਨੀ ਦੋਨੋਂ ਇੱਕ ਮਿਕ ਹੀ ਹੈਗੇ ਆ। ਬਸ ਆਖਰੀ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਨੇ ਜਿਹੜਾ ਹੈਗਾ ਆ ਸਿੱਟਾ ਜਿਹੜਾ ਹੈਗਾ ਦੱਸਤਾ ਭਾਈ। ਇਹ ਜਿਹੜਾ ਸਤਿਗੁਰੂ ਹੁੰਦੇ ਆ ਬ੍ਰਹਮ ਗਿਆਨੀ ਉਹੀ ਹੁੰਦੇ ਆ ਜਿਨ੍ਹਾਂ ਨੇ ਯਾਤਰਾ ਇਹ ਕਰ ਲਈ, ਜਿਨ੍ਹਾਂ ਨੇ ਆਪਣੀ ਆਤਮਾ ਦੇ ਦਰਸ਼ਨ, ਆਤਮ ਤਲ 'ਤੇ ਜੀਣਾ ਸਿੱਖ ਲਿਆ, ਆਤਮ ਦਰਸ਼ਨ ਕਰ ਲਏ। ਜਿਨ੍ਹਾਂ ਦੀ ਯਾਤਰਾ ਪੂਰੀ ਹੋ ਗਈ ਉਹਨਾਂ ਨੂੰ ਜਿਹੜੇ ਹੈਗੇ ਸਤਿਗੁਰੂ ਕਹਿੰਦੇ ਆ, ਗੁਰੂ ਕਹਿੰਦੇ ਆ, ਬ੍ਰਹਮ ਗਿਆਨੀ ਕਹਿੰਦੇ ਆ। ਅੱਜ ਆਪਾਂ ਇੱਥੇ ਹੀ ਸੰਕੋਚਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਸਾਰੇ ਸੰਗਤ ਨੂੰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ये सब कल वाली गल से थोड़ा एक्सप्लेन कर दो सबनों। ਕੀ ਚੀਜ਼ ਵੀਰ ਜੀ? कल ਆਪਾਂ ਸਤਿਗੁਰ ਜੋਗੀ ਉਹ ਤਾਂ ਵੀਰ ਜੀ ਦੇਖੋ, ਜੇ ਸਤਿਗੁਰ ਜੋਗੀ ਜਿਹੜੇ ਹੈਗੇ ਆ, ਸਤਿਗੁਰੂ ਹੀ ਜੋਗੀ ਹੈਗਾ, ਹੋਰ ਕੌਣ ਜੋਗੀ ਹੈ ਭਾਈ? ਜਿਹਨੇ ਯਾਤਰਾ ਕਰ ਲਈ ਆ, ਜਿਹੜਾ ਪਰੰਪਾਰ ਬ੍ਰਹਮ ਔਰ ਗੁਰੂ ਜਿਹੜੇ ਉਹ ਦੋਨਾਂ ਦੇ ਵਿੱਚ ਕੋਈ ਭੇਤ ਨਹੀਂ ਆ, ਉਹੀ ਦੂਸਰੇ ਨੂੰ ਜੋੜ ਸਕਦਾ ਹੈ। ਯੋਗੀ ਦਾ ਮਤਲਬ ਹੁੰਦਾ ਹੈ ਜੋੜਨ ਵਾਲਾ, ਬਸ ਇੰਨੀ ਕੀ ਗੱਲ ਹੈਗੀ ਆ। ਹਾਂ, ਮਾਈਕ ਬੰਦ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ